ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ 11ਵੀਂ ਅਸ਼ਟਪਦੀ ਦੀ ਕਥਾ ਵਾਰਤਾ ਕਰ ਰਹੇ ਹਾਂ। ਕੱਲ 3 ਬੰਦ ਹੋ ਗਏ ਸਨ, ਅੱਜ ਚੌਥੇ ਬੰਦ ਦੀ ਕਥਾ ਸ਼ੁਰੂ ਹੋਣੀ ਹੈ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਪਰਮਾਤਮਾ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਆਦਰ ਮਾਣ ਦੇਣ ਵਾਲਾ ਹੈ। 2 ਪ੍ਰਕਾਰ ਦੇ ਗਰੀਬ ਹੁੰਦੇ ਨੇ, ਇੱਕ ਤੇ ਮਾਇਆ ਵੱਲੋਂ ਜਿਹੜੇ ਗਰੀਬ ਨੇ, ਇੱਕ ਜਿਨ੍ਹਾਂ 'ਚ ਬੜੀ ਨਿਮਰਤਾ ਹੁੰਦੀ ਹੈ ਉਹਨਾਂ ਨੂੰ ਵੀ ਗਰੀਬ ਕਹਿੰਦੇ ਨੇ। ਜਿਹੜੇ ਮਾਇਆ ਵੱਲੋਂ ਗਰੀਬ ਨੇ ਇਹਨਾਂ ਨੂੰ ਪਰਮਾਤਮਾ ਨਹੀਂ ਨਿਵਾਜਦਾ। ਜੋ ਇਹਨਾਂ ਨੂੰ ਨਿਵਾਜਦਾ ਤਾਂ ਕੋਈ ਗਰੀਬ ਰਹਿੰਦੇ ਕੋਈ ਨਾ। ਜਿਨ੍ਹਾਂ ਦੇ ਅੰਦਰ ਨਿਮਰਤਾ ਹੈ ਉਹਨਾਂ ਨੂੰ ਪਰਮਾਤਮਾ ਨਿਵਾਜਦਾ ਹੈ, ਆਦਰ ਮਾਣ ਸਤਿਕਾਰ ਦਿਲਾਉਂਦਾ ਹੈ। ਇੱਕ ਨੀਚ ਕੀਟ, ਕੀੜੇ ਨੂੰ ਕਹਿੰਦੇ ਨੇ। ਇੱਕ ਨਿਮਾਣਾ ਕੀੜਾ ਭਾਵ ਇੱਕ ਨਿਮਾਣਾ ਮਨੁੱਖ ਉਸ ਨੂੰ ਰਾਜ ਦੇ ਸਕਦਾ ਹੈ, ਉਹਨੂੰ ਰਾਜਾ ਬਣਾ ਸਕਦਾ ਹੈ। ਖਿਨ ਮਹਿ ਨੀਚ ਕੀਟ ਕੋ ਰਾਜ। ਇੱਕ ਨਿਮਾਣੇ ਨਿਤਾਣੇ ਵਿਅਕਤੀ ਨੂੰ 1 ਸੈਕਿੰਡ ਦੇ ਵਿੱਚ ਰਾਜ ਭਾਗ ਸੌਂਪ ਸਕਦਾ ਹੈ, ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਗਰੀਬਾਂ ਨੂੰ ਨਿਵਾਜਦਾ ਹੈ, ਉਹਨਾਂ ਨੂੰ ਆਦਰ ਮਾਣ ਸਤਿਕਾਰ ਦਿੰਦਾ ਹੈ। ਜਾ ਕਾ ਦ੍ਰਿਸ਼ਟ ਕਛੂ ਨ ਆਵੇ, ਜਾ ਕਾ ਜਿਸ ਦਾ ਕੋਈ ਵੀ ਗੁਣ ਕਿਸੇ ਨੂੰ ਨਜ਼ਰੀ ਨਹੀਂ ਆਉਂਦਾ, ਕੋਈ ਗੁਣ ਕਿਸੇ ਦਾ ਨਜ਼ਰੀ ਨਹੀਂ ਆਉਂਦਾ। ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। ਉਸ ਵਿਅਕਤੀ ਨੂੰ ਤੁਰੰਤ, ਤਤਕਾਲ ਹੁੰਦਾ ਤੁਰੰਤ, ਦਹਿ ਦਿਸ 10 ਦਿਸ਼ਾਵਾਂ ਵਿੱਚ ਪ੍ਰਗਟਾਵੇ, ਪ੍ਰਸਿੱਧ ਕਰ ਦਿੰਦਾ ਹੈ। ਜਿਹਦਾ ਕੋਈ ਵੀ ਗੁਣ ਲੋਕਾਂ ਨੂੰ ਨਹੀਂ ਨਾ ਦਿਸਦਾ, ਉਸ ਨੂੰ ਪਰਮਾਤਮਾ ਤੁਰੰਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸਾਰੇ ਪਾਸੇ ਪ੍ਰਸਿੱਧ ਕਰ ਸਕਦਾ ਹੈ। ਜਾ ਕੋ ਆਪਣੀ ਕਰੈ ਬਖਸ਼ੀਸ਼। ਬਖਸ਼ੀਸ਼ ਫਾਰਸੀ ਦਾ ਸ਼ਬਦ ਹੈ, ਜਿਹਨੂੰ ਬਖਸ਼ਿਸ਼ ਵੀ ਕਹਿੰਦੇ ਨੇ। ਬਖਸ਼ੀਸ਼ ਖੱਖੇ ਦੇ ਪੈਰ 'ਚ ਬਿੰਦੀ, ਦੋਨਾਂ ਸੱਸਿਆਂ ਦੇ ਪੈਰ 'ਚ ਬਿੰਦੀ। ਬਖਸ਼ੀਸ਼, ਬਖਸ਼ੀਸ਼ ਕਰਕੇ ਬੋਲਣਾ। ਅਜੀ ਮੈਨੂੰ ਬਖਸ਼ ਦਿਓ। ਮੰਨ ਲਓ ਆਪਾਂ ਲਿਖਣਾ ਬਖਸ਼, ਤਾਂ ਲਿਖਾਂਗੇ ਬੱਬਾ ਖੱਖੇ ਦੇ ਪੈਰ 'ਚ ਬਿੰਦੀ, ਸੱਸੇ ਦੇ ਪੈਰ 'ਚ ਬਿੰਦੀ, ਬਖਸ਼। ਬਖਸ਼ ਤੋਂ ਬਣੇ ਬਖਸ਼ੀਸ਼। ਜਾ ਕੋ ਆਪਣੀ ਕਰੈ ਬਖਸ਼ੀਸ਼। ਜਿਸ 'ਤੇ ਪਰਮਾਤਮਾ ਆਪਣੀ ਬਖਸ਼ਿਸ਼ ਕਰਦਾ ਨਾ, ਤਾ ਕਾ ਲੇਖਾ ਨਾ ਗਣੇ ਜਗਦੀਸ਼। ਉਧਰ ਬਖਸ਼ੀਸ਼ ਹੈ, ਦੋਨਾਂ ਸੱਸਿਆਂ ਦੇ ਪੈਰ 'ਚ ਬਿੰਦੀ ਹੈ। ਇਹ ਜਗਦੀਸ਼, ਸੱਸੇ ਦੇ ਪੈਰ 'ਚ ਬਿੰਦੀ। ਉਹ ਤਾਂ ਜਗਦੀਸ਼ ਵੀ ਆਪਣੇ 'ਚ ਠੀਕ ਹੈ। ਜਗਦੀਸ਼ ਸ਼ਬਦ ਹੈਗਾ ਜਗਤ ਈਸ। ਜਗਤ ਈਸ ਤੋਂ ਬਣਿਆ ਹੈ ਜਗਦੀਸ਼, ਪਰ ਉਧਰ ਬਖਸ਼ੀਸ਼ ਨਹੀਂ ਅਸੀਂ ਕਹਿ ਸਕਦੇ, ਉਹ ਫਾਰਸੀ ਦਾ ਸ਼ਬਦ ਹੈ। ਇਸ ਲਈ ਪੰਜਾਬੀ 'ਚ ਜਗਦੀਸ਼ ਕਹਿੰਦੇ ਨੇ। ਸੋ ਉਧਰ ਬਖਸ਼ੀਸ਼ ਕਹਿਣਾ, ਇੱਧਰ ਜਗਦੀਸ਼ ਕਹਿਣਾ, ਸੱਸੇ ਦੇ ਪੈਰ ਬਿੰਦੀ ਲਾ ਕੇ। ਤਾ ਕਾ ਲੇਖਾ ਨਾ ਗਣੇ ਜਗਦੀਸ਼। ਜਗਦੀਸ਼ ਹੁੰਦਾ ਜਗਤ ਈਸ਼, ਸੰਸਾਰ ਦਾ ਜੋ ਮਾਲਕ ਹੈ ਪਰਮਾਤਮਾ। ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਨਾ, ਬਖਸ਼ਿਸ਼ ਕਰਦਾ, ਉਹਦੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਕਰਦੇ ਹੀ ਨਹੀਂ ਹੈ। ਹੁਣ ਤਾਂ ਬਖਸ਼ ਦਿੰਦੇ ਬਸ। ਜਿਹਨੂੰ ਪਰਮਾਤਮਾ ਨੇ ਬਖਸ਼ਣਾ, ਫਿਰ ਉਹਦੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਕਰਦਾ ਵੀ ਨੇ ਇੰਨੇ ਚੰਗੇ ਕੀਤੇ, ਇੰਨੇ ਮਾੜੇ ਕੀਤੇ।
ਉਹ ਲੇਖੇ ਤੇ ਗਣਿਆਂ ਦੇ ਗਿਣਤੀ ਕਰਨਾ, ਉਹ ਕਰਮਾਂ ਦੀ ਗਿਣਤੀ ਨਹੀਂ ਕਰਦਾ, ਹਿਸਾਬ ਕਿਤਾਬ ਹੀ ਨਹੀਂ, ਲੇਖਾ ਹੀ ਨਹੀਂ ਕਰਦਾ, ਜਿਹਨੂੰ ਉਸਨੇ ਬਖਸ਼ਣਾ ਹੁੰਦਾ। ਜੀਓ ਪਿੰਡ ਸਭ ਤਿਸ ਕੀ ਰਾਸ, ਜੀਓ ਮੈਨੇ ਜਿੰਦ, ਪਿੰਡ ਮੈਨੇ ਸਰੀਰ, ਰਾਸ ਮੈਨੇ ਪੂੰਜੀ। ਸਾਡੀ ਜਿੰਦ, ਸਾਡਾ ਸਰੀਰ, ਇਹ ਪਰਮਾਤਮਾ ਦੀ ਪੂੰਜੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਘਟ ਘਟ ਹਰ ਇੱਕ ਸਰੀਰ ਵਿੱਚ, ਘਟ ਮੈਨੇ ਸਰੀਰ ਵੀ ਹੁੰਦਾ ਹੈ, ਘਟ ਮੈਨੇ ਹਿਰਦਾ ਵੀ ਹੁੰਦਾ ਹੈ, ਘਟ ਮੈਨੇ ਘੜਾ ਵੀ ਹੁੰਦਾ ਹੈ। ਇੱਥੇ ਘਟ ਤੋਂ ਭਾਵ ਸਰੀਰ। ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਰਮਾਤਮਾ ਦੀ ਜੋਤ ਹੈ ਸਾਡੇ ਅੰਦਰ, ਜਿਸ ਕਰਕੇ ਸਾਡੇ ਅੰਦਰ ਗਿਆਨ ਦਾ ਚਾਨਣ ਹੈ। ਉਹਦੀ ਜੋਤ ਕਾਰਨ ਹੀ ਅਸੀਂ ਤੁਰੇ ਫਿਰਦੇ ਜਿਉਂਦੇ ਹਾਂ। ਜਦੋਂ ਪਰਮਾਤਮਾ ਆਪਣੀ ਜੋਤ ਸਾਡੇ ਵਿੱਚੋਂ ਖਿੱਚ ਲੈਂਦਾ, ਇਹ ਸਰੀਰ ਡੈਡ ਬੋਡੀ ਹੋ ਜਾਂਦਾ, ਮੁਰਦਾ ਹੋ ਜਾਂਦਾ। ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਹਰ ਇੱਕ ਸਰੀਰ ਦੇ ਵਿੱਚ ਉਹ ਪਰਮਾਤਮਾ ਜੋ ਸਭ ਦੇ ਵਿੱਚ ਵਸਦਾ ਹੈ, ਉਹਦੇ ਗਿਆਨ ਦਾ, ਉਹਦੀ ਜੋਤ ਦਾ ਪ੍ਰਕਾਸ਼ ਹੈ। ਆਪਣੀ ਬਣਤ ਆਪ ਬਣਾਈ। ਇਹ ਜਿਹੜੀ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ, ਇਹ ਬ੍ਰਹਿਮੰਡ ਬਣਾਏ ਨੇ, ਜੋ ਕੁਛ ਵੀ ਪਰਮਾਤਮਾ ਨੇ ਬਣਾਇਆ ਨੇ, ਉਹਨੇ ਆਪ ਬਣਾਇਆ, ਉਹਨੇ ਆਪ ਇਹ ਬਣਤ ਬਣਾਈ ਹੈ। ਜੇ ਮੈਂ ਜਦੋਂ ਘਰ ਪਾਉਣਾ ਸੀ, ਮੈਂ ਆਪ ਨਕਸ਼ਾ ਬਣਾ ਕੇ ਲੈ ਗਿਆ, ਨਕਸ਼ਾ ਨਵੀਸ ਕੋਲ। ਮੈਂ ਉਹਨੂੰ ਕਿਹਾ ਵੀ ਇਹਨੂੰ ਫੇਰ ਕਰ ਦੇ ਅਤੇ ਨਗਰ ਪਾਲਿਕਾ 'ਚੋਂ ਪਾਸ ਕਰਾ ਦੇ। ਉਹ ਕਹਿੰਦਾ ਨਹੀਂ ਜੀ ਐਂ ਕਰ ਲਓ, ਆਹ ਕਰ ਲਓ। ਮੈਂ ਨਹੀਂ, ਮੈਂ ਜਿਵੇਂ ਬਣਾ ਕੇ ਲਿਆ ਬਸ ਤੂੰ ਉਵੇਂ ਬਣਾਉਣਾ। ਉਹ ਕਹੇਗਾ ਨਹੀਂ ਜੀ, ਕਈ ਵਾਰੀ ਰਸੋਈ ਅੱਗੇ ਹੋਵੇ ਨਾ ਜੀ, ਫਿਰ ਪਤਾ ਲੱਗ ਰਿਹਾ ਗੇਟ 'ਤੇ ਕੌਣ ਆਇਆ ਜੀ। ਉਹ ਰਸੋਈ ਇੱਕ ਪਾਸੇ ਵਧੀ ਹੋਣੀ ਚਾਹੀਦੀ ਹੈ ਜੀ, ਉਹ ਖਿੜਕੀ 'ਚ ਪਤਾ ਲੱਗੇ ਕੌਣ ਹੈ। ਮੈਂ ਕੁਛ ਨਹੀਂ ਵਧਾਉਣਾ ਹੈਗਾ, ਤੂੰ ਤਾਂ ਆਪਣੀ ਫੀਸ ਲੈਣੀ ਹੈ। ਜਿਵੇਂ ਮੈਂ ਰਫ ਬਣਾ ਕੇ ਲੈ, ਇਹਨੂੰ ਫੇਰ ਕਰ ਦੇ ਅਤੇ ਪਾਸ ਕਰਵਾ ਦੇ। ਇਸ ਲਈ ਪਰਮਾਤਮਾ ਕਿਸੇ ਤੋਂ ਸਲਾਹ ਲੈ ਕੇ ਨਹੀਂ ਕੋਈ ਚੀਜ਼ ਬਣਾਉਂਦਾ, ਉਹ ਆਪ ਬਣਾਉਂਦਾ ਹੈ। ਉਹ ਸਾਰੀ ਜਿਹੜੀ ਬਣਤਰ ਹੈ ਇਹ ਸ੍ਰਿਸ਼ਟੀ ਦੀ, ਇਹ ਉਸਨੇ ਆਪ ਬਣਾਈ ਹੈ। ਨਾਨਕ ਜੀਵੈ ਦੇਖ ਵਡਾਈ। ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਪਰਮਾਤਮਾ ਦੀ ਵਡਿਆਈ ਵੇਖ ਵੇਖ ਕੇ ਜਿਉਂਦੇ ਹਾਂ। ਉਹਦੇ ਕੌਤਕਾਂ ਨੂੰ, ਉਹਦੀ ਵਡਿੱਤਰ ਨੂੰ, ਉਹਦੀ ਮਹਾਨਤਾ ਨੂੰ ਅਸੀਂ ਵੇਖ ਵੇਖ ਕੇ ਜਿਉਂਦੇ ਹਾਂ। ਇਸ ਕਾ ਬਲ ਨਾਹੀਂ ਇਸ ਹਾਥ। ਮਨੁੱਖ ਕੋਲ ਜੋ ਤਾਕਤ ਹੈ ਨਾ, ਇਹ ਇਹਦੇ ਹੱਥ 'ਚ ਨਹੀਂ ਹੈ, ਇਹ ਤਾਂ ਪਰਮਾਤਮਾ ਦੀ ਦਿੱਤੀ ਹੋਈ ਹੈ। ਬਲ ਤਾਕਤ ਨੂੰ ਕਹਿੰਦੇ, ਤਾਂ ਕਿ ਫਲਾਣਾ ਬੰਦਾ ਬੜਾ ਬਲਵਾਨ ਹੈ ਜੀ, ਬਲਵਾਨ, ਤਾਕਤਵਰ। ਮਨੁੱਖ ਦੇ ਕੋਲ ਜੋ ਬਲ ਹੈ ਨਾ, ਇਸ ਕਾ ਬਲ ਨਾ ਹੀ ਇਸ ਹੱਥ, ਇਹ ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਕਿਉਂਕਿ ਜੋ ਬਲ ਕਿਸੇ ਨੂੰ ਦਿੱਤਾ ਪਰਮਾਤਮਾ ਨੂੰ, ਅਤੇ ਪਰਮਾਤਮਾ ਨੇ ਦਿੱਤਾ ਹੈ। ਜਦੋਂ ਮਰਜ਼ੀ ਹੈ ਉਹ ਉਸ ਸ਼ਕਤੀ ਨੂੰ ਵਾਪਸ ਵੀ ਲੈ ਸਕਦਾ। ਕਰਨ ਕਰਾਵਣ ਸਰਬ ਕੋ ਨਾਥ। ਨਾਥ ਦਾ ਮਾਲਕ ਪਰਮਾਤਮਾ ਜੋ ਸਾਰਿਆਂ ਦਾ ਨਾਥ ਹੈ, ਸਰਬ ਕੋ ਨਾਥ, ਸਾਰਿਆਂ ਦਾ ਮਾਲਕ ਹੈ। ਕਰਨ ਕਰਾਵਣ, ਉਹ ਕਰਨ ਵਾਲਾ ਵੀ ਹੈ ਅਤੇ ਕਰਵਾਉਣ ਵਾਲਾ ਵੀ ਹੈ। ਭਾਵ ਉਹ ਸਭ ਕੁਝ ਕਰ ਸਕਦਾ ਹੈ, ਸਭ ਕੁਝ ਕਰਵਾ ਸਕਦਾ ਹੈ, ਉਹ ਸਭ ਦਾ ਮਾਲਕ ਹੈ। ਆਗਿਆਕਾਰੀ ਬਪਰਾ ਜੀਓ। ਬਪਰਾ ਮਨੇ ਵਿਚਾਰਾ। ਇਹ ਵਿਚਾਰਾ ਮਨੁੱਖ ਅਤੇ ਪਰਮਾਤਮਾ ਦਾ ਆਗਿਆਕਾਰੀ ਹੈ। ਆਗਿਆ ਹਿੰਦੀ ਦਾ ਸ਼ਬਦ ਹੈ ਹੁਕਮ। ਆਗਿਆਕਾਰੀ, ਹੁਕਮ ਮੰਨਣ ਵਾਲਾ। ਅਰ ਕਹਿੰਦੇ ਬੱਚਾ ਬੜਾ ਮਾਂ ਪਿਓ ਦਾ ਆਗਿਆਕਾਰੀ ਹੈ, ਵੀ ਜਿਵੇਂ ਮਾਂ ਪਿਓ ਕਹਿੰਦੇ ਨੇ ਉਵੇਂ ਕਰਦਾ।
ਇਹ ਜੀ ਸਟੂਡੈਂਟ ਬੜਾ ਓਬੀਡੀਐਂਟ ਹੈ, ਇਹ ਵਿਦਿਆਰਥੀ ਬੜਾ ਆਗਿਆਕਾਰੀ ਹੈ, ਇਹ ਵਿਚਾਰਾ ਮਨੁੱਖ ਤੇ ਆਗਿਆਕਾਰੀ ਹੈ। ਜਿਵੇਂ ਪਰਮਾਤਮਾ ਕਹਿੰਦਾ ਇਹ ਉਵੇਂ ਕਰਦਾ ਹੈ। ਜੋ ਤਿਸ ਭਾਵੈ ਸੋਈ ਫੁਣ ਥੀਓ, ਜੋ ਤਿਸ ਭਾਵ, ਜੋ ਪਰਮਾਤਮਾ ਨੂੰ ਭਾਉਂਦਾ ਨਾ ਅਖੀਰ ਨੂੰ ਉਹੀ ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ। ਸਾਡੇ ਅਨੁਸਾਰ ਨਹੀਂ ਹੁੰਦਾ। ਅਸੀਂ ਤਾਂ ਬੜਾ ਕੁਛ ਚਾਹੁੰਦੇ ਹਾਂ, ਬੜਾ ਕੁਛ ਕਰਨ ਨੂੰ ਚਾਹੁੰਦੇ ਹਾਂ, ਪਰ ਸਾਡੇ ਅਨੁਸਾਰ ਨਹੀਂ ਹੋਣਾ। ਸਾਡੇ ਉਸ ਕੰਮ ਨੂੰ ਹੀ ਫਲ ਲੱਗਣਾ ਜਿਹੜਾ ਉਹ ਚਾਹੁੰਦਾ ਕਿ ਹੋ ਜਾਵੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਅਖੀਰ ਨੂੰ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ। ਕਬੂ ਊਚ ਨੀਚ ਮੈਂ ਬਸੈ, ਇਹਨੂੰ ਕਬ ਹੂੰ ਦੋ ਸ਼ਬਦ ਨਹੀਂ ਬਣਾਉਣੇ। ਹਿੰਦੀ ਦਾ ਸ਼ਬਦ ਹੈ ਕਭੀ, ਕੱਕਾ ਭੱਬੇ ਨੂੰ ਬਿਹਾਰੀ ਕਭੀ, ਪਰ ਨੂੰ ਗੁਰਬਾਣੀ ਲਿਖਿਆ ਹੁੰਦਾ ਕੱਕਾ ਬੱਬਾ ਹਾਹੇ ਨੂੰ ਬਿਹਾਰੀ ਕਬ ਹੀ ਲਿਖਿਆ ਹੁੰਦਾ ਕਬ ਹੀ, ਪਰ ਪੜ੍ਹਨਾ ਉਸਨੂੰ ਕਭੀ ਵੀ ਕਦੇ ਕਦੇ। ਜਿਵੇਂ ਸ਼ਬਦ ਹੁੰਦਾ ਗਧਾ ਲਿਖਿਆ ਹੁੰਦਾ ਗੱਗਾ ਦੱਦਾ ਹਾਹੇ ਨੂੰ ਕਰਨਾ ਲਿਖਿਆ ਹੁੰਦਾ ਗਧਾ, ਗਧਾ ਨਹੀਂ ਪੜ੍ਹਨਾ, ਕੀ ਪੜ੍ਹਨਾ ਗਧਾ। ਦੱਦਾ ਅਤੇ ਹਾਹਾ ਰਲ ਕੇ ਧੱਦਾ ਬਣ ਜਾਂਦੇ, ਜੇ ਬੱਬਾ ਅਤੇ ਹਾਹਾ ਰਲ ਕੇ ਭੱਬਾ ਬਣ ਗਏ। ਇਸ ਲਈ ਇਹਨੂੰ ਦੋ ਸ਼ਬਦ ਨਹੀਂ ਬਣਾ ਲੈਣੇ, ਇਸ ਨੂੰ ਕਬ ਹੂੰ ਨਹੀਂ ਪੜ੍ਹਨਾ, ਕਬੂ ਇਕੱਠਾ ਪੜ੍ਹਨਾ ਇਸ ਨੂੰ। ਕਬੂ ਊਚ ਨੀਚ ਮੈਂ ਬਸੈ। ਕਦੇ ਮਨੁੱਖ ਆਪਣੇ ਆਪ ਨੂੰ ਉੱਚਾ ਸਮਝਦਾ, ਕਦੇ ਇਹ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਕਿਉਂਕਿ ਸਾਡਾ ਸੁਭਾਅ ਕਦੇ ਵੀ ਇਕਸਾਰ ਨਹੀਂ ਰਹਿੰਦਾ। ਜਿਹੜੇ ਪ੍ਰਾਣਾਯਾਮ ਵਾਲੇ ਹਨ ਉਹ ਕਹਿੰਦੇ ਮਨੁੱਖ ਦਾ ਸੁਭਾਅ 40-40 ਮਿੰਟਾਂ ਬਾਅਦ ਬਦਲਦਾ ਰਹਿੰਦਾ ਹੈ। ਉਹ ਕਹਿੰਦੇ ਇੱਕ ਨਾਸ 40 ਮਿੰਟ ਚੱਲਦੀ ਹੈ, ਫਿਰ ਉਹ ਬੰਦ ਹੁੰਦੀ ਹੈ, ਫਿਰ ਦੂਜੀ ਨਾਸ 40 ਮਿੰਟ ਚੱਲਦੀ ਹੈ। ਖੱਬੀ ਨਾਸ ਦੇ ਵਿੱਚ ਅਗਰ ਤੁਸੀਂ ਦੇਖਣਾ ਹੋਵੇ ਤੁਹਾਡੀ ਇਸ ਵੇਲੇ ਕਿਹੜੀ ਨਾਸ ਚੱਲ ਰਹੀ ਹੈ, ਤਾਂ ਪਹਿਲਾਂ ਇੱਕ ਨਾਸ ਬੰਦ ਕਰ ਲਓ ਅਤੇ ਹੱਥ ਨਾਲ ਸਾਹ ਬਾਹਰ ਕੱਢ ਕੇ ਵੇਖੋ ਵੀ ਕੀ ਇਸ ਨਾਸ ਨੇ ਆਸਾਨੀ ਨਾਲ ਆ ਰਿਹਾ, ਨਹੀਂ ਆ ਰਿਹਾ। ਫਿਰ ਦੂਜੀ ਦੇਖੋ, ਜਿਸ ਨਾਸ ਦੇ 'ਚ ਆਸਾਨੀ ਨਾਲ ਸਾਹ ਬਾਹਰ ਆ ਰਿਹਾ, ਇਹਦਾ ਮਤਲਬ ਇਸ ਵੇਲੇ ਉਹ ਨਾਸ ਚੱਲ ਰਹੀ ਹੈ, ਜਿਸ ਇਸ ਵੇਲੇ ਮੇਰੀ ਖੱਬੀ ਨਾਸ ਚੱਲ ਰਹੀ ਹੈ। ਜਦੋਂ ਖੱਬੀ ਨਾਸ ਦੇ ਵਿੱਚ ਸਵਾਸ ਚੱਲ ਰਿਹਾ ਹੁੰਦਾ, ਬੰਦਾ ਸ਼ਾਂਤੀਪੂਰਵਕ ਰਹਿੰਦਾ ਹੈ, ਉਹ ਸੁਭਾਅ ਦਾ ਠੰਡਾ ਹੁੰਦਾ ਹੈ। ਜਦੋਂ 40 ਮਿੰਟਾਂ ਬਾਅਦ ਦੂਸਰੀ ਸੱਜੀ ਨਾਸ ਚੱਲਦੀ ਹੈ, ਇਹ ਫਿਰ ਸੁਭਾਅ ਤੱਤਾ ਹੋ ਜਾਂਦਾ। ਮੰਨ ਲਓ ਉਸ ਵੇਲੇ ਮੇਰੀ ਸੱਜੀ ਨਾਸ ਚੱਲ ਰਹੀ ਹੈ, ਤੁਸੀਂ ਮੈਨੂੰ ਥੋੜ੍ਹਾ ਜਿਹਾ ਕੁਛ ਕਹਿ ਤਾ ਨਾ, ਮੈਂ ਇੱਕਦਮ ਗਰਮ ਹੋ ਜਾਵਾਂਗਾ, ਇੱਕਦਮ ਤੱਤਾ ਹੋ ਜਾਵਾਂਗਾ। ਕਿਉਂ? ਅੰਦਰ ਤਾਂ ਪਹਿਲਾਂ ਹੀ ਤੱਤਾ ਹੈ। ਇਸ ਲਈ ਮਨੁੱਖ ਦਾ ਸੁਭਾਅ ਸਮੇਂ ਸਮੇਂ 'ਤੇ ਬਦਲਦਾ ਰਹਿੰਦਾ। ਕਦੇ ਤਾਂ ਕਹਿੰਦੇ ਬੜਾ ਆਪਣੇ ਆਪ ਨੂੰ ਉੱਚਾ ਸਮਝਦਾ, ਕਦੇ ਬੜਾ ਹੀ ਨੀਵਾਂ ਸਮਝਦਾ ਹੈ। ਕਬੂ ਸੋਗ ਹਰਖ ਰੰਗ ਹੱਸੈ, ਕਦੇ ਗਮੀ 'ਚ ਰੋਂਦਾ ਹੈ, ਹਰਖ ਖੁਸ਼ੀ ਨੂੰ ਕਹਿੰਦੇ, ਕਦੇ ਖੁਸ਼ੀ 'ਚ ਮੌਜ 'ਚ ਆ ਕੇ ਹੱਸਦਾ ਹੈ। ਜੇ ਖੁਸ਼ੀ ਹੈ ਤਾਂ ਹੱਸਦਾ ਹੈ, ਜੇ ਗਮੀ ਆ ਗਈ ਤਾਂ ਫਿਰ ਰੋਂਦਾ ਹੈ, ਕਿਉਂਕਿ ਅਸੀਂ ਇੱਕਸਾਰ ਨਹੀਂ ਨਾ ਰਹਿ ਸਕਦੇ। ਅਸੀਂ ਸਹਿਜ ਅਵਸਥਾ 'ਤੇ ਪਹੁੰਚੇ ਹੀ ਨਹੀਂ, ਅਸੀਂ ਤਾਂ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹਾਂ, ਕਦੇ ਰਜੋ, ਕਦੇ ਸਤੋ, ਕਦੇ ਤਮੋ। ਰਜੋ ਕਦੇ ਅਸੀਂ ਹੰਕਾਰ 'ਚ ਆ ਜਾਂਦੇ ਹਾਂ, ਤਮੋ ਕਦੇ ਅਸੀਂ ਕ੍ਰੋਧ 'ਚ ਆ ਜਾਂਦੇ ਹਾਂ, ਸਤੋ
ਕਦੇ ਅਸੀਂ ਸ਼ਾਂਤੀ ਪੂਰਵਕ ਰਹਿੰਦੇ ਹਾਂ। ਇਸ ਲਈ ਕਦੇ ਅਸੀਂ ਖੁਸ਼ ਹਾਂ, ਕਦੇ ਅਸੀਂ ਅਫਸੋਸ 'ਚ ਹਾਂ, ਕਦੇ ਅਸੀਂ ਹੱਸਦੇ ਹਾਂ, ਕਦੇ ਅਸੀਂ ਰੋਂਦੇ ਹਾਂ, ਕਿਉਂਕਿ ਅਜੇ ਸਾਡੀ ਅਵਸਥਾ ਸਹਿਜ ਅਵਸਥਾ ਨਹੀਂ ਆਈ। ਉਹ ਤਾਂ ਚੌਥਾ ਪਦ ਹੈ, ਉਹ ਤਾਂ ਤੁਰੀ ਅਵਸਥਾ ਹੈ, ਉਹ ਤਾਂ ਉਨਮਨੀ ਅਵਸਥਾ ਹੈ, ਉਹ ਤਾਂ ਸਹਿਜ ਅਵਸਥਾ ਹੈ, ਉਹ ਤਾਂ ਬ੍ਰਹਮ ਗਿਆਨ ਦੀ ਅਵਸਥਾ ਹੈ। ਚੌਥੇ ਪਦ 'ਤੇ ਜਾ ਕੇ ਮਾਇਆ ਦੇ ਤਿੰਨਾਂ ਗੁਣ ਤੋਂ ਰਜੋ ਸਤੋ ਤਮੋ ਤੋਂ ਜੇ ਬੰਦਾ ਉੱਪਰ ਉੱਠਦਾ ਹੈ, ਫਿਰ ਉਹ ਖੁਸ਼ੀ ਗਮੀ ਦੁੱਖ ਸੁੱਖ ਅਮੀਰੀ ਗਰੀਬੀ ਦੇ ਵਿੱਚ ਇੱਕ ਸਾਰ ਰਹਿੰਦਾ ਹੈ। ਅਜੇ ਅਸੀਂ ਉਸ ਅਵਸਥਾ 'ਤੇ ਨਹੀਂ ਪਹੁੰਚੇ ਸੀ, ਇਸ ਲਈ ਕਦੇ ਹੰਕਾਰ ਕਰ ਲੈਂਦੇ ਹਾਂ, ਕਦੇ ਨਿਮਰਤਾ ਧਾਰਨ ਕਰ ਲੈਂਦੇ ਹਾਂ, ਕਦੇ ਦੁਖੀ ਹੁੰਦੇ ਹਾਂ, ਕਦੇ ਨੱਚਦੇ ਟੱਪਦੇ ਹਾਂ, ਖੁਸ਼ ਹੁੰਦੇ ਹਾਂ। ਕਬੂ ਨਿੰਦ ਚਿੰਦ ਵਿਵਹਾਰ, ਕਦੇ ਅਸੀਂ ਚੁਗਲੀ ਨਿੰਦਿਆ ਕਰਨ ਲੱਗ ਜਾਂਦੇ ਹਾਂ। ਕਿ ਸੁਭਾਅ ਹੈ ਮਨੁੱਖ ਦਾ। ਮਨੁੱਖ ਜਿਸ ਨੂੰ ਪਸੰਦ ਨਹੀਂ ਕਰਦਾ, ਭਾਵੇਂ ਕਿੰਨਾ ਵੀ ਚੰਗਾ ਕਿੰਨਾ ਵੀ ਦੂਜਿਆਂ ਲਈ, ਜਿਸ ਨੂੰ ਉਹ ਬੰਦਾ ਪਸੰਦ ਨਹੀਂ, ਉਹਦੀ ਦੂਜੇ ਦੇ ਅੱਗੇ ਨਿੰਦਿਆ ਕਰਦਾ ਰਹਿੰਦਾ। ਇਸ ਲਈ ਕਦੇ ਇਹ ਨਿੰਦਿਆ 'ਚ ਲੱਗਾ ਰਹਿੰਦਾ, ਚੁਗਲੀ ਨਿੰਦਿਆ ਵਾਲਾ ਵਿਹਾਰ ਕਰਦਾ। ਕਬੂ ਊਬ ਆਕਾਸ਼ ਪਿਆਲ, ਊਬ ਉੱਪਰ ਨੂੰ, ਪਿਆਲ ਹੇਠਾਂ ਨੂੰ। ਕਭੀ ਜੀੜਾ ਊਬ ਚੜ੍ਹਤ ਹੈ, ਕਭੀ ਜਾਏ ਪਿਆਲੇ, ਲੋਭੀ ਜੀਆ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਸਾਡਾ ਮਨ ਹੈ, ਇਹ ਕਦੇ ਤਾਂ ਫਿਰ ਉੱਪਰ ਨੂੰ ਜਾਂਦਾ ਹੈ, ਆਕਾਸ਼ ਵੱਲ ਨੂੰ ਜਾਂਦਾ, ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦਾ ਹੈ। ਕਦੇ ਪਿਆਲ ਪਤਾਲ ਵੱਲ ਨੂੰ ਜਾਂਦਾ ਹੈ, ਢਹਿੰਦੀਆਂ ਕਲਾਂ ਨੂੰ ਹੋ ਜਾਂਦਾ ਹੈ, ਕਦੇ ਚੜ੍ਹਦੀਆਂ ਕਲਾਂ 'ਚ, ਕਦੇ ਢਹਿੰਦੀਆਂ ਕਲਾਂ 'ਚ। ਪਿਆਲ ਪਤਾਲ ਨੂੰ ਕਹਿੰਦੇ, ਆਕਾਸ਼ ਜੋ ਉੱਪਰ ਧਰਤੀਆਂ ਨੇ, ਪਿਆਲ ਪਤਾਲ ਜੋ ਹੇਠਾਂ ਧਰਤੀਆਂ ਨੇ। ਭਾਵ ਕਦੇ ਚੜ੍ਹਦੀਆਂ ਕਲਾਂ 'ਚ ਹੁੰਦੇ, ਕਦੇ ਢਹਿੰਦੀਆਂ ਕਲਾਂ 'ਚ ਹੁੰਦੇ। ਕਬੂ ਬੇਤਾ ਬ੍ਰਹਮ ਵਿਚਾਰ, ਬੇਤਾ ਹੁੰਦਾ ਜਾਣੂ, ਬ੍ਰਹਮ ਹੁੰਦਾ ਪਰਮਾਤਮਾ। ਕਦੇ ਪਰਮਾਤਮਾ ਦਾ ਜਾਣੂ ਹੋ ਕੇ ਨਾ ਪਰਮਾਤਮਾ ਬਾਰੇ ਵਿਚਾਰ ਪ੍ਰਗਟ ਕਰਦਾ ਹੈ। ਬ੍ਰਹਮ ਗਿਆਨੀ ਨੂੰ ਬ੍ਰਹਮ ਬੇਤਾ ਕਹਿੰਦੇ। ਜਦੋਂ ਕੋਈ ਬ੍ਰਹਮ ਨੂੰ ਜਾਣ ਲੈਂਦਾ ਹੈ, ਉਹਨੂੰ ਕਹਿੰਦੇ ਬ੍ਰਹਮ ਗਿਆਨੀ। ਸੋ ਜਦੋਂ ਮਨੁੱਖ ਬ੍ਰਹਮ ਗਿਆਨੀ ਹੋ ਜਾਂਦਾ ਹੈ, ਫਿਰ ਰੱਬ ਦੀ ਵਿਚਾਰ ਕਰਦਾ, ਰੱਬ ਬਾਰੇ ਗੱਲਾਂ ਕਰਦਾ। ਨਾਨਕ ਆਪ ਮਿਲਾਵਣ ਹਾਰ, ਪਰਮਾਤਮਾ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਣ ਦੇ ਸਮਰੱਥ ਹੈ। ਅਸੀਂ ਆਪ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਅਸੀਂ ਤਾਂ ਸਿਰਫ ਉਸ ਨੂੰ ਮਿਲਣ ਦਾ ਯਤਨ ਕਰਦੇ ਰਹਿਣਾ ਹੈ। ਜਿਵੇਂ ਅਸੀਂ ਚੜ੍ਹ ਰਹੇ ਹਾਂ ਪੌੜੀਆਂ, 10ਵੀਂ ਮੰਜ਼ਿਲ 'ਤੇ ਪਹੁੰਚਣਾ ਹੈ, ਪੌੜੀਆਂ ਚੜ੍ਹ ਰਹੇ। ਗੁਰੂ ਨੇ ਦੇਖਿਆ ਵੀ ਹਾਂ ਇਹ ਲਗਾਤਾਰ ਲੱਗਾ ਹੋਇਆ ਹੈ, ਇਹ ਪਰਮਾਤਮਾ ਨੂੰ ਮਿਲਣ ਦਾ ਯਤਨ ਕਰੀ ਜਾ ਰਿਹਾ ਹੈ। ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਮੰਨ ਲਓ ਗੁਰੂ ਮਹਾਰਾਜ ਜਾਂ ਪਰਮਾਤਮਾ ਸਾਡੇ 'ਤੇ ਹੋ ਗਿਆ ਦਿਆਲੂ, ਫਿਰ ਉਹਨੇ ਲਿਫਟ ਲੈ ਕੇ ਆ ਜਾਣਾ। ਬੈਠ ਵੀ ਸੱਜਣਾ ਲਿਫਟ 'ਚ। ਅਸੀਂ ਅਜੇ 3 ਮੰਜ਼ਿਲਾਂ ਤੈਅ ਕੀਤੀਆਂ ਕਿੰਨੇ ਮਿੰਟਾਂ 'ਚ, ਅਤੇ ਲਿਫਟ ਨੇ ਤਾਂ 1 ਮਿੰਟ 'ਚ ਉੱਪਰ 10ਵੀਂ ਮੰਜ਼ਿਲ 'ਚ ਲੈ ਜਾਣਾ। ਉਹ ਪਰਮਾਤਮਾ ਇਸ ਤਰ੍ਹਾਂ ਕਰਦਾ ਹੈ। ਮਿਲਾਉਣ ਵਾਲਾ ਪਰਮਾਤਮਾ ਹੀ ਆਪਣੇ ਨਾਲ। ਅਸੀਂ ਤਾਂ ਸਿਰਫ ਯਤਨ ਕਰਨਾ, ਕਿਰਪਾ ਉਹਨੇ ਕਰਨੀ ਹੈ। ਸਾਨੂੰ ਤਾਂ ਯਤਨ ਕਰਨ ਦਾ ਹੁਕਮ ਕਿ ਭਾਈ ਲੱਗੇ ਰਹੋ, ਲੱਗੇ ਰਹੋ। ਜਦੋਂ ਪਰਮਾਤਮਾ ਖੁਸ਼ ਹੋ ਗਿਆ, ਉਹਦੀ ਕਿਤੇ ਬਖਸ਼ਿਸ਼ ਹੋ ਗਈ, ਫਿਰ ਕੋਈ ਦੇਰ ਨਹੀਂ ਲੱਗਦੀ ਹੈਗੀ। ਫਿਰ ਪਰਮਾਤਮਾ ਸਾਰੇ ਔਗਣ ਹੀ ਬਖਸ਼ ਦਿੰਦਾ। ਅੱਗੇ ਕਹਿੰਦੇ ਕਬੂ ਨਿਰਤ ਕਰੈ ਬਹੁ ਭਾਂਤ, ਹਿੰਦੀ ਦਾ ਸ਼ਬਦ ਹੈ ਨ੍ਰਿਤ। ਨ੍ਰਿਤ ਕਹਿੰਦੇ ਡਾਂਸ ਨੂੰ, ਨੱਚਣਾ, ਨਾਚ, ਉੱਥੋਂ ਬਣਾਇਆ ਨਿਰਤ।
ਕਬੂ ਨਿਰਤ ਕਰੈ ਬਹੁ ਭਾਂਤ। ਕਈ ਵਾਰ ਮਨੁੱਖ ਕਈ ਤਰੀਕਿਆਂ ਨਾਲ ਨੱਚਦਾ ਟੱਪਦਾ ਹੈ। ਕਬੂ ਸੋਏ ਰਹਿ ਦਿਨ ਰਾਤ, ਅਤੇ ਕਦੇ ਦਿਨ ਰਾਤ ਸੁੱਤਾ ਰਹਿੰਦਾ ਹੈ, ਕੁਝ ਵੀ ਨਹੀਂ ਕਰਦਾ, ਕੁਝ ਵੀ ਨਹੀਂ ਕਰਦਾ। ਕੋਈ ਨੱਚਦਾ ਟੱਪਦਾ ਨਹੀਂ ਹੈ, ਕੋਈ ਕਰਮ ਨਹੀਂ ਕਰ ਰਿਹਾ, ਬਸ ਪਿਆ। ਕਬੂ ਮਹਾ ਕ੍ਰੋਧ ਵਿਕਰਾਲ, ਵਿਕਰਾਲ ਦਾ ਡਰਾਉਣਾ। ਕਈ ਵਾਰੀ ਇਸ ਨੂੰ ਇੰਨਾ ਗੁੱਸਾ ਚੜ੍ਹਦਾ ਕਿ ਇਹਦੀ ਸ਼ਕਲ ਬੜੀ ਡਰਾਉਣੀ ਹੋ ਜਾਂਦੀ ਹੈ, ਇੰਨਾ ਕ੍ਰੋਧ ਚੜ੍ਹਦਾ ਹੈ। ਆ ਜਿਹੜੇ ਕਤਲ ਹੋ ਜਾਂਦੇ ਨੇ, ਕਈ ਵਾਰੀ ਪੁੱਤਰ ਬਾਪ ਨੂੰ ਮਾਰ ਦਿੰਦਾ ਹੈ, ਬੱਚਾ ਮਾਂ ਨੂੰ ਮਾਰ ਦਿੰਦਾ ਹੈ, ਇਹ ਕ੍ਰੋਧ ਹੀ ਆਇਆ ਹੋਇਆ ਹੁੰਦਾ। ਕ੍ਰੋਧ 'ਚ ਕਰਦਾ। ਬੱਚਾ ਨਸ਼ਈ ਹੈ, ਰੋਜ਼ ਬਾਪ ਤੋਂ ਪੈਸੇ ਮੰਗਦਾ, ਉਹ ਦੇ ਨਹੀਂ ਸਕਦਾ। ਨਸ਼ਈ ਨੇ ਆਪਣਾ ਨਸ਼ਾ ਪੂਰਾ ਕਰਨਾ ਹੁੰਦਾ। ਜਦੋਂ ਨੂੰ ਕ੍ਰੋਧ ਚੜ੍ਹਦਾ ਹੈ, ਕ੍ਰੋਧ ਬੰਦੇ ਨੂੰ ਕਦੋਂ ਚੜ੍ਹਦਾ ਹੈ? ਜਦੋਂ ਉਹਦੀ ਇੱਛਾ ਦੇ ਵਿਰੁੱਧ ਕੋਈ ਕੰਮ ਹੁੰਦਾ। ਜਦੋਂ ਇੱਛਾ ਦੇ ਵਿਰੁੱਧ ਕੁਛ ਹੋ ਰਿਹਾ ਤਾਂ ਫਿਰ ਉਹਨੂੰ ਕ੍ਰੋਧ ਚੜ੍ਹਦਾ। ਉਹਦੀ ਇੱਛਾ ਬਾਪ ਮੈਨੂੰ ਪੈਸੇ ਦੇਵੇ, ਬਾਪ ਕਹਿੰਦਾ ਵੀ ਤਾਂ ਨਸ਼ਈ ਹੈ, ਮੈਂ ਤੈਨੂੰ ਕਿੱਥੇ ਰੋਜ਼ ਰੋਜ਼ ਪੈਸੇ, ਕੰਮ ਤਾਂ ਤੂੰ ਕਰਦਾ ਕੋਈ ਨਹੀਂ, ਜਾਂ ਤਾਂ ਆਪਣਾ ਕਮਾ ਲੈ ਖਾ ਲੈ। ਉਹ ਦਿੰਦਾ ਨਹੀਂ, ਗੁੱਸਾ ਚੜ੍ਹਦਾ, ਬਾਪ ਨੂੰ ਮਾਰ ਦਿੰਦਾ। ਬਾਪ ਮਰ ਗਿਆ ਅਤੇ ਉਹਨੂੰ ਜੇਲ੍ਹ ਹੋ ਗਈ ਹੈ, ਤਾਂ ਖਟਿਆ ਕੀ? ਬਾਪ ਵੀ ਗਿਆ ਅਤੇ ਨਸ਼ਾ ਵੀ ਕੋਈ ਨਾ ਮਿਲਿਆ, ਚੱਲ ਵੀ ਜੇਲ੍ਹ 'ਚ। ਇਹ ਵਿਕਰਾਲ ਕ੍ਰੋਧ, ਭਿਆਨਕ ਮਹਾਂ ਕ੍ਰੋਧ। ਕਦੇ ਬਹੁਤ ਜ਼ਿਆਦਾ ਕ੍ਰੋਧ 'ਚ ਆ ਜਾਂਦਾ ਹੈ ਅਤੇ ਇਹਦਾ ਰੂਪ ਜਿਹੜਾ ਵਿਕਰਾਲ ਹੁੰਦਾ, ਡਰਾਉਣਾ ਹੋ ਜਾਂਦਾ। ਕਬੂ ਸਰਬ ਕੀ ਹੋਤ ਰਵਾਲ, ਰਵਾਲ ਹੁੰਦੀ ਚਰਨ ਧੂੜ। ਕਦੇ ਸਾਰਿਆਂ ਦੀ ਚਰਨ ਧੂੜ ਹੋ ਜਾਂਦਾ। ਮੈਂ ਤਾਂ ਜੀ ਤੁਹਾਡਾ ਦਾਸ ਹਾਂ ਜੀ, ਮੈਂ ਤਾਂ ਦਾਸਾਂ ਦਾ ਦਾਸ ਹਾਂ ਜੀ, ਮੈਂ ਤਾਂ ਸੰਗਤ ਦਾ ਕੂਕਰ ਹਾਂ ਜੀ, ਮੈਂ ਤਾਂ ਸੇਵਕ ਸੇਵਾਦਾਰ ਹਾਂ ਜੀ। ਕਦੇ ਇਸ ਤਰ੍ਹਾਂ ਕਹਿੰਦਾ। ਸਾਰਿਆਂ ਦੀ ਚਰਨ ਧੂੜ ਹੋ ਜਾਂਦਾ, ਭਾਵ ਆਪਣੇ ਨੂੰ ਬਹੁਤ ਨਿਮਾਣਾ ਸਮਝਦਾ ਹੈ। ਕਬੂ ਹੋਏ ਬਹਿ ਬੜ ਰਾਜਾ, ਕਦੇ ਬੜਾ ਵੱਡਾ ਰਾਜਾ ਬਣ ਕੇ ਬਹਿੰਦਾ ਹੈ, ਕਦੇ ਬੜਾ ਵੱਡਾ ਰਾਜਾ ਬਣ ਕੇ ਬਹਿੰਦਾ। ਕਬੂ ਭਿਖਾਰੀ ਨੀਚ ਕਾ ਸੱਜ, ਅਤੇ ਕਦੇ ਇੱਕ ਨੀਚ ਭਿਖਾਰੀ ਵਰਗੇ ਕੱਪੜੇ ਪਾ ਲੈਂਦਾ, ਪਹਿਰਾਵਾ ਸੱਜ ਆਵੇ ਨਾ ਪਹਿਰਾਵਾ। ਕਦੇ ਘਟੀਆ ਭਿਖਾਰੀ ਵਾਲਾ ਵੀ ਪਹਿਰਾਵਾ ਪਾਇਆ ਹੁੰਦਾ, ਕਦੇ ਮਾਂ ਕਦੇ ਭਿਖਾਰੀ ਬਣ ਜਾਂਦਾ। ਕਬੂ ਅਪ ਕੀਰਤ ਮੈਂ ਆਵੇ, ਕੀਰਤ ਹੁੰਦੀ ਵਡਿਆਈ, ਅਪ ਕੀਰਤ ਬਦਨਾਮੀ। ਕਦੇ ਐਸੇ ਕੰਮ ਕਰਦਾ ਕਿ ਇਹਦੀ ਬਹੁਤ ਬਦਨਾਮੀ ਹੋ ਜਾਂਦੀ ਹੈ। ਅਪ ਕੀਰਤ ਮੈਂ ਆਵੇ, ਕਦੇ ਫਿਰ ਬਹੁਤ ਬਦਨਾਮ ਹੋ ਜਾਂਦਾ ਹੈ। ਕਬੂ ਭਲਾ ਭਲਾ ਕਹਾਵੇ, ਅਤੇ ਕਈ ਵਾਰੀ ਐਸੇ ਕਰਮ ਕਰਦਾ ਕਿ ਲੋਕ ਕਹਿੰਦੇ ਇਹ ਤਾਂ ਬੜਾ ਭਲਾ ਆਦਮੀ ਹੈ, ਬੜਾ ਭਲਾ ਆਦਮੀ ਹੈ, ਕਿਉਂਕਿ ਦੂਜਿਆਂ ਨੂੰ ਤਾਂ ਕੰਮ ਵੇਖ ਰਹੇ ਨੇ, ਕਰਮ ਦੇ ਅਨੁਸਾਰ ਨਾਮ ਪੈਂਦੇ ਨੇ। ਗੁਰਬਾਣੀ ਕਹਿੰਦੀ ਉਂਝ ਦੇ ਪਰਮਾਤਮਾ ਦਾ ਨਾਮ ਹੈ ਸਤਿਨਾਮ। ਆ ਬਾਕੀ ਜਿਹੜੇ ਨਾਮ ਨੇ ਇਹ ਤਾਂ ਕਿਰਤਮ ਨਾਮ ਨੇ, ਵੀ ਉਹਦੀ ਕਿਰਤ ਵੇਖੀ, ਉਹਦਾ ਕੰਮ ਵੇਖਿਆ, ਉਹਦੇ ਅਨੁਸਾਰ ਉਸਦਾ ਨਾਮ ਰੱਖਦਾ। ਕਿਰਤਮ ਨਾਮ ਕਥਾ ਮੇਰੀ ਜੇਬ, ਸਤਿਨਾਮ ਤੇਰਾ ਪਰਾ ਪੂਰਬਲਾ। ਪਰਮਾਤਮਾ ਦਾ ਨਾਮ ਸਤਿਨਾਮ। ਬਾਕੀ ਜਿਹੜਾ ਹੈ ਜਿੰਨੇ ਨਾਮ ਨੇ ਇਹ ਸਾਰੇ ਉਹਦੇ ਕਿਰਤਮ ਨਾਮ ਹਨ, ਵੀ ਉਹਦੀ ਚੀਜ਼ ਕੋਈ ਵੇਖੀ ਗੁਣ ਦਾ ਉਹ ਨਾਮ ਰੱਖਦਾ। ਇਸ ਲਈ ਕਦੇ ਫਿਰ ਐਸੇ ਕੰਮ ਕਰਦਾ ਕਿ ਲੋਕ ਨੂੰ ਭਲਾ ਭਲਾ ਆਖਦੇ ਹਨ। ਜਿਉਂ ਪ੍ਰਭ ਰਾਖੈ ਤਿਵ ਹੀ ਰਹੈ, ਪਰ ਜਿਵੇਂ ਪਰਮਾਤਮਾ ਇਸ ਨੂੰ ਜਿਸ ਹਾਲਤ ਵਿੱਚ ਰੱਖਦਾ ਇਹ ਉਸੇ ਹਾਲਤ ਵਿੱਚ ਰਹਿੰਦਾ ਹੈ। ਉੱਪਰ ਹਾਲਤਾਂ ਅੱਡ ਅੱਡ ਬਿਆਨ ਕੀਤੀਆਂ ਨਾ। ਕਦੇ ਪਰਮਾਤਮਾ ਚੜ੍ਹਦੀਆਂ ਕਲਾ ਰੱਖਦੇ, ਚੜ੍ਹਦੀਆਂ ਕਲਾ ਹੁੰਦੇ, ਕਦੇ ਢਹਿੰਦੀਆਂ ਕਲਾ ਰੱਖਦਾ, ਢਹਿੰਦੀਆਂ ਕਲਾ 'ਚ ਹੁੰਦਾ, ਕਦੇ ਰਾਜਾ ਬਣਾਉਂਦਾ, ਰਾਜੇ ਵਰਗਾ ਹੋ ਜਾਂਦਾ, ਕਦੇ ਭਿਖਾਰੀ ਬਣਾਉਂਦਾ, ਭਿਖਾਰੀ ਬਣ ਜਾਂਦਾ।
ਜਿਉਂ ਪ੍ਰਭ ਰੱਖੈ ਤਿਵ ਹੀ ਰਹੈ। ਜਿਵੇਂ ਪ੍ਰਮਾਤਮਾ ਰੱਖਦਾ ਜੀਵ ਉਸੇ ਤਰ੍ਹਾਂ ਹੀ ਰਹਿੰਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਕਹੈ। ਗੁਰੂ ਦੀ ਕਿਰਪਾ ਨਾਲ ਗੁਰੂ ਮਹਾਰਾਜ ਕਹਿੰਦੇ ਮੈਂ ਸੱਚ ਆਖਦਾ ਹਾਂ, ਮੈਂ ਕਹਿੰਦੇ ਸੱਚ ਕਹਿ ਰਿਹਾ। ਅੱਗੇ ਕਹਿੰਦੇ ਕਬੂ ਹੋਏ ਪੰਡਿਤ ਕਰੇ ਬਖਿਆਨ। ਇਹ ਕਈ ਵਾਰੀ ਆ ਗਿਆ ਸ਼ਬਦ। ਇੱਥੇ ਖੱਖੇ ਦੇ ਪੈਰ 'ਚ ਅੱਧਾ ਯਈਆ ਹੈ। ਜਿਸ ਅੱਖਰ ਦੇ ਹੇਠਾਂ ਅੱਧਾ ਯਈਆ ਹੋਵੇ ਬੋਲਣ ਜਾਂ ਲਿਖਣ ਵੇਲੇ ਉਸੇ ਅੱਖਰ ਨੂੰ ਸਿਹਾਰੀ ਲੱਗਦੀ ਹੈ, ਅੱਗੇ ਆੜਾ ਲੱਗਦਾ ਹੈ। ਹੁਣ ਜੇ ਖੱਖੇ ਨੂੰ ਕੰਨਾ ਲੱਗਾ ਇਹ ਆੜੇ ਨੂੰ ਕੰਨਾ ਬੋਲਿਆ ਜਾਵੇਗਾ। ਬੱਬਾ ਖੱਖੇ ਨੂੰ ਸਿਹਾਰੀ, ਆੜੇ ਨੂੰ ਕੰਨਾ ਨੰਨਾ, ਬਖਿਆਨ, ਜਿਹਨੂੰ ਹਿੰਦੀ ਕਹੇ ਵਖਿਆਨ। ਹਿੰਦੀ ਵਾਲੇ ਵਾਹਵੇ ਨਾਲ ਕਹਿੰਦੇ ਨੇ, ਪੰਜਾਬੀ ਬੱਬੇ ਨਾਲ ਲਿਖਿਆ ਹੋਇਆ, ਮੀਨਿੰਗ ਉਹੀ ਹੈ। ਪੰਡਿਤ ਹੁੰਦਾ ਵਿਦਵਾਨ। ਕਬਹੂ ਹੋਏ ਪੰਡਿਤ ਕਰੇ ਬਖਿਆਨ। ਕਦੇ ਪੰਡਿਤ ਬਣ ਕੇ ਲੋਕਾਂ ਨੂੰ ਲੈਕਚਰ ਕਰਦਾ, ਵਿਖਿਆਨ ਦਿੰਦਾ ਹੈ। ਇੰਗਲਿਸ਼ ਵਿਖਿਆਨ ਨੂੰ ਕਹਿੰਦੇ ਲੈਕਚਰ। ਫਲਾਣਾ ਬੰਦੇ ਲੈਕਚਰ ਕਰ ਰਿਹਾ ਜੀ। ਵਿਦਵਾਨ ਆਪਣੇ ਆਪ ਨੂੰ ਸਮਝ ਕੇ ਫਿਰ ਲੈਕਚਰ ਕਰਦਾ। ਕਬੂ ਮੌਨ ਧਾਰੀ ਲਾਵੇ ਧਿਆਨ। ਅਤੇ ਕਦੇ ਮੌਨ ਧਾਰੀ ਬਣ ਕੇ ਚੁੱਪ ਹੋ ਜਾਣਾ। ਮੌਨ ਚੁੱਪ ਨੂੰ ਕਹਿੰਦੇ ਨੇ। ਮੌਨ ਧਾਰੀ ਜਿਹੜਾ ਚੁੱਪ ਰਹੇ, ਬੋਲੇ ਨਾ। ਕਦੇ ਮੌਨ ਧਾਰੀ ਬਣਦਾ, ਚੁੱਪ ਰਹਿੰਦਾ ਅਤੇ ਪਰਮਾਤਮਾ ਵੱਲ ਧਿਆਨ ਲਾਉਂਦਾ ਹੈ। ਕਿਉਂਕਿ ਗੱਲਾਂ ਕਰਨ ਨਾਲ ਸ਼ਕਤੀ ਨਸ਼ਟ ਹੁੰਦੀ ਹੈ, ਦੇਖਣ ਨਾਲ ਵੀ ਸ਼ਕਤੀ ਨਸ਼ਟ ਹੁੰਦੀ ਹੈ। ਤੂੰ ਦੇਖਿਆ ਨਾ ਜਿਹੜੇ ਜਨਮ ਤੋਂ ਹੀ ਅੰਨੇ ਲੋਕ ਹੁੰਦੇ ਨੇ, ਇਹਨਾਂ ਦੀ ਯਾਦ ਸ਼ਕਤੀ ਬੜੀ ਤੇਜ਼ ਹੁੰਦੀ ਹੈ। ਕਿਉਂ? ਜਿਹੜੀ ਸ਼ਕਤੀ ਵੇਖਣ 'ਤੇ ਖਰਚ ਹੋਣੀ ਸੀ ਉਹ ਸ਼ਕਤੀ ਉਹਨਾਂ ਦੀ ਬਚ ਜਾਂਦੀ ਹੈ, ਇਸ ਲਈ ਉਹਨਾਂ ਦੀ ਯਾਦ ਸ਼ਕਤੀ ਬਹੁਤ ਹੁੰਦੀ ਹੈ। ਆਹ ਜਿਹੜੇ ਸੂਰਮੇ ਸਿੰਘ ਰਾਗੀ ਹੁੰਦੇ ਨੇ, ਕਿੰਨੇ ਕਿੰਨੇ ਸ਼ਬਦ ਉਹਨਾਂ ਨੂੰ ਮੂੰਹ ਜ਼ਬਾਨੀ ਯਾਦ ਹੁੰਦੇ ਨੇ। ਕਿੰਨੇ ਕਿੰਨੇ ਸ਼ਬਦ ਉਹਨਾਂ ਨੂੰ ਮੂੰਹ ਜ਼ਬਾਨੀ ਯਾਦ ਹੁੰਦੇ ਨੇ। ਅੰਨੇ ਨੇ ਪਰ ਵਾਜਦੀਆਂ ਸੁਰਾਂ ਉਸੇ ਤਰ੍ਹਾਂ ਹੀ ਦਿਸਦੀਆਂ ਉਹਨਾਂ ਨੂੰ, ਵਜਾਉਂਦੇ ਨੇ ਸੁਰਾਂ। ਜਿਵੇਂ ਆਹ ਟਾਈਪ ਕਰਨ ਵਾਲੇ ਨੇ, ਪਹਿਲਾਂ ਤਾਂ ਮੇਰੇ ਵਰਗੇ ਏ, ਫਿਰ ਦੇਖ ਲਿਆ ਬੀ, ਫਿਰ ਸੀ, ਉਸ ਦੇ ਉੱਤੇ ਉੱਤੇ ਉਂਗਲੀ ਫੇਰੀ ਜਾਂਦੇ ਨੇ। ਜਦੋਂ ਫਿਰ ਆ ਜਾਂਦੇ ਨਾ, ਉਹ ਕਈ ਵਾਰੀ ਦੂਜੇ ਨਾਲ ਗੱਲਾਂ ਵੀ ਕਹਿੰਦੇ, ਫਿਰ ਉਹ ਟਾਈਪ ਕਰੀ ਜਾਂਦੇ ਨੇ। ਹਾਂਜੀ, ਮੈਂ ਦੇਖਿਆ ਗੱਲਾਂ ਵੀ ਕਰ ਰਹੇ, ਟਾਈਪ ਵੀ ਕਰੀ ਜਾ ਰਹੇ ਹੁੰਦੇ ਨੇ। ਇਸ ਤਰ੍ਹਾਂ ਹੀ ਗੁਰੂ ਮਹਾਰਾਜ ਕਹਿੰਦੇ ਵੀ ਕਦੇ ਤਾਂ ਇਹ ਪੰਡਿਤ ਬਣ ਕੇ ਵਿਖਿਆਨ ਕਰਦਾ ਹੈ, ਕਦੇ ਮੌਨ ਧਾਰੀ ਹੋ ਕੇ ਪ੍ਰਮਾਤਮਾ ਨਾਲ ਲਿਵ ਲਾਉਂਦਾ ਹੈ। ਕਬੂ ਤਟ ਤੀਰਥ ਇਸ਼ਨਾਨ। ਤਟ ਹੁੰਦਾ ਦਰਿਆ ਦਾ ਕਿਨਾਰਾ। ਆ ਜਿਹੜੇ ਤੀਰਥ ਅਸਥਾਨ ਨੇ ਸਾਰੇ ਦਰਿਆਵਾਂ ਦੇ ਕੰਢੇ 'ਤੇ ਹੀ ਬਣੇ ਹੋਏ ਨੇ। ਕਦੇ ਕਹਿੰਦਾ ਦਰਿਆਵਾਂ ਦੇ ਕੰਢਿਆਂ 'ਤੇ ਜਿਹੜੇ ਤੀਰਥ ਨੇ ਨਾ ਬਣੇ ਹੋਏ, ਉੱਥੇ ਜਾ ਕੇ ਇਸ਼ਨਾਨ ਕਰਦਾ ਹੈ। ਕਦੇ ਇਸ਼ਨਾਨ ਕਰਦਾ ਜਾ। ਕਬੂ ਸਿੱਧ ਸਾਧਿਕ ਮੁਖ ਗਿਆਨ। ਕਦੇ ਸਿੱਧ ਪੁਰਸ਼ ਬਣ ਕੇ, ਸਾਧਿਕ ਪੁਰਸ਼ ਬਣ ਕੇ ਮੁਖ ਨਾਲ ਗਿਆਨ ਦੀਆਂ ਗੱਲਾਂ ਕਰਦਾ ਹੈ। ਮੁੱਖ ਖੱਕੇ ਨੂੰ ਸਿਹਾਰੀ, ਮੁੱਖ ਨਾਲ ਗਿਆਨ ਦੀਆਂ ਗੱਲਾਂ ਕਰਦਾ ਸਿੱਧ ਪੁਰਸ਼ ਹੋ ਕੇ। ਜਿਸ ਨੂੰ ਵੀ ਕੋਈ ਸਿੱਧੀ ਪ੍ਰਾਪਤ ਹੋ ਗਈ ਹੁੰਦੀ ਹੈ ਉਹਨੂੰ ਕਹਿੰਦੇ ਨੇ ਸਿੱਧ ਪੁਰਸ਼ ਹੈ ਜੀ। ਸਾਧਿਕ ਹੁੰਦਾ ਜਿਹੜਾ ਜੇ ਸਾਧਨਾ ਕਰ ਰਿਹਾ ਹੈ, ਜਿਹੜਾ ਜੇ ਯਤਨ ਕਰ ਰਿਹਾ ਸਿੱਧ ਹੋਣ ਲਈ। ਸੋ ਕਦੇ ਸਿੱਧ ਸਾਧਿਕ ਬਣ ਕੇ ਮੁੱਖ ਦੇ ਨਾਲ ਗਿਆਨ ਦੀਆਂ ਗੱਲਾਂ ਕਰਦਾ ਹੈ। ਕਬੂ ਕੀਟ ਹਸਤ ਪਤੰਗ ਹੋਏ ਜੀਆ। ਕਬੂ ਅਤੇ ਕਦੇ ਕਦੇ ਕੀਟ ਮੈਨੇ ਕੀੜਾ, ਹਸਤ ਮੈਨੇ ਹਾਥੀ, ਪਤੰਗ ਮੈਨੇ ਪਤੰਗਾ। ਅਤੇ ਕਦੇ ਇਹ ਕੀੜਾ ਬਣਦਾ ਹੈ, ਕਦੇ ਹਾਥੀ ਬਣਦਾ ਹੈ, ਕਦੇ ਪਤੰਗਾ ਬਣਦਾ ਹੈ। ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ। ਕਿਸੇ ਨੂੰ ਕੀੜਾ ਬਣਾ ਦੇ, ਕਿਸੇ ਨੂੰ ਹਾਥੀ ਬਣਾ ਦੇ, ਕਿਸੇ ਨੂੰ ਪਤੰਗਾ ਬਣਾ ਦੇ। ਆ ਜਿਹੜੇ ਚਾਨਣ ਨੂੰ ਵੇਖ ਕੇ ਜਿਹਨੂੰ ਆਪਾਂ ਭੰਬਟ ਕਹਿੰਦੇ ਹੁੰਦੇ ਨਾ, ਉਹ ਪਤੰਗੇ ਹੁੰਦੇ ਨੇ। ਸੋ ਕਦੇ ਇਹ ਕੀੜਾ, ਕਦੇ ਹਾਥੀ, ਕਦੇ ਪਤੰਗਾ ਬਣਦਾ ਹੈ।
ਅਨੇਕ ਜੋਨ ਭਰਮੈ ਭਰਮੀਆ, ਇਹ ਅਨੇਕਾਂ ਜੂਨੀਆਂ 'ਚ ਭਟਕਦਾ ਰਹਿੰਦਾ ਹੈ, ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ, ਕਿਉਂਕਿ ਜਿੰਨਾ ਚਿਰ ਕਾਫੀ ਸਾਰੀ ਭਜਨ ਬੰਦਗੀ ਇਕੱਠੀ ਨਹੀਂ ਹੋ ਜਾਂਦੀ ਉਨਾ ਚਿਰ ਇਹ ਜੂਨੀਆਂ 'ਚ ਪੈਂਦਾ ਹੀ ਰਹਿੰਦਾ ਹੈ। ਕਈ ਵਾਰੀ ਭਜਨ ਬੰਦਗੀ ਵਾਲਿਆਂ ਨੂੰ ਵੀ ਅਗਲਾ ਜੀਵਨ ਮਿਲਦਾ, ਕਿਉਂਕਿ ਅਜਣ ਦਿਨ ਦੀ ਭਜਨ ਬੰਦਗੀ ਪੂਰੀ ਨਹੀਂ ਹੋਈ। ਜਦੋਂ ਤੇ ਪੂਰੀ ਹੋ ਜਾਂਦੀ ਹੈ ਫਿਰ ਤਾਂ ਪਰਮਾਤਮਾ ਦੇ ਚਰਨਾਂ 'ਚ ਚਲਿਆ ਜਾਂਦਾ ਹੈ। ਜਿੰਨਾ ਚਿਰ ਭਜਨ ਬੰਦਗੀ ਪੂਰੀ ਨਹੀਂ ਹੁੰਦੀ, ਇੰਨਾ ਸਿਰਫ ਇੰਨਾ ਕਿ ਭਜਨ ਬੰਦਗੀ ਵਾਲੇ ਨੂੰ ਦੁਬਾਰਾ ਮਨੁੱਖਾ ਜੀਵਨ ਮਿਲਦਾ ਰਹਿੰਦਾ ਕਿ ਲੈ ਭਾਈ ਤੇਰੀ ਭਜਨ ਬੰਦਗੀ ਅਜੇ ਥੋੜ੍ਹੀ ਜਿਹੀ ਘੱਟ ਹੈ, ਅਗਲਾ ਤੈਨੂੰ ਜਨਮ ਦਿਨ ਅਸੀਂ ਪੂਰੀ ਕਰ ਲੈ। ਜੇ ਫੇਰ ਵੀ ਕਸਰ ਰਹਿ ਗਈ ਹੈ ਫਿਰ ਹੋਰ ਜਨਮ ਦਿਨ ਲੈ ਹੁਣ ਪੂਰੀ ਕਰ ਲੈ। ਅਤੇ ਜਦੋਂ ਉਹਦੀ ਭਜਨ ਬੰਦਗੀ ਪੂਰੀ ਹੋ ਜਾਂਦੀ ਹੈ ਫਿਰ ਉਹਦੇ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ। ਇਸ ਲਈ ਕਦੇ ਮਨੁੱਖ ਅੱਡ ਜੂਨੀਆਂ 'ਚ ਭਟਕਦਾ ਫਿਰਦਾ। ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਸਵਾਂਗੀ ਆ ਕਈ ਵਾਰੀ ਜਿਹੜਾ ਜਿਵੇਂ ਮੰਨ ਲਓ ਰਾਮਲੀਲਾ ਹੈ, ਮੈਂ ਉਹਦਾ 7ਵੀਂ ਪੜ੍ਹਦਾ ਸੀ, ਸਾਡੇ ਪਿੰਡ ਰਾਮਲੀਲਾ ਸੀ, ਉਹ ਮੇਰਾ ਭਰਾ ਟੀਚਰ ਲੱਗਾ ਸੀ, ਉਹਨਾਂ ਨੇ ਮੇਰੇ ਭਰਾ ਨੂੰ ਰਾਮਚੰਦਰ ਬਣਾ ਤਾ ਅਤੇ ਮੈਨੂੰ ਔਰਤ ਵਾਲੇ ਕੱਪੜੇ ਪਾ ਕੇ ਸੀਤਾ ਬਣਾ ਤਾ। ਹੈ ਤਾਂ ਮੈਂ ਜੈਮਲ ਸਿੰਘ, ਪਰ ਉੱਥੇ ਸਵਾਂਗ ਕਾਹਦਾ ਸੀ, ਸੀਤਾ ਦਾ। ਫਿਰ ਭਰਾ ਨੇ ਮੈਨੂੰ ਜਿੱਥੇ ਅਖੀਰਲੇ ਦਿਨ ਬਹਿਣਾ ਸੀ ਨਾ, ਸੰਗਤਾਂ ਲੋਕਾਂ ਨੇ ਮੱਥੇ ਟੇਕਣੇ ਸਨ, ਮੇਰਾ ਭਰਾ ਕਹਿੰਦਾ ਤੇਰੇ ਦੋਸਤ ਮਿੱਤਰ ਵੀ ਇੱਥੇ ਆਉਣਗੇ, ਉਹ ਤੈਨੂੰ ਹਸਾਉਣ ਦੀ ਕੋਸ਼ਿਸ਼ ਕਰਨਗੇ, ਤੂੰ ਉਹਨਾਂ ਨਾਲ ਵੇਖਣਾ ਨਹੀਂ ਹੈ, ਤੂੰ ਆਪਣੇ ਆਪ ਨੂੰ ਸੀਤਾ ਹੀ ਸਮਝਣਾ। ਬੁੜੇ ਬੁੜੀਆਂ ਤੈਨੂੰ ਆ ਕੇ ਪੈਰਾਂ 'ਤੇ ਮੱਥੇ ਟੇਕਣਗੀਆਂ, ਇਹ ਨਾ ਸਮਝੀ ਮੈਂ ਤਾਂ 7ਵੀਂ 'ਚ ਪੜ੍ਹਦਾ ਜਵਾਕ ਹੈ ਮੈਨੂੰ ਮੱਥੇ ਟੇਕ, ਨਹੀਂ, ਤੂੰ ਆਪਣੇ ਆਪ ਨੂੰ ਉਸ ਵੇਲੇ ਸੀਤਾ ਸਮਝਣਾ ਵੀ ਮੈਂ ਤਾਂ ਸੀਤਾ ਮਾਤਾ, ਇਹ ਸੀਤਾ ਮਾਤਾ ਕਰਕੇ ਮੈਨੂੰ ਮੱਥੇ ਟੇਕ ਰਹੇ ਨੇ। ਇਹ ਸਵਾਂਗ ਹੈ ਜੈਮਲ ਸਿੰਘ, ਪਰ ਉੱਥੇ ਸੀਤਾ ਬਣਿਆ ਹੋਇਆ ਹੈ। ਇਸ ਤਰੀਕੇ ਕਈ ਲੋਕ ਤੁਸੀਂ ਦੇਖ ਰਹੇ ਬਾਜ਼ਾਰਾਂ 'ਚ ਆ ਮਗਰ ਪੂਛ ਜੀ ਲਾ ਲੈਣਗੇ, ਅੱਗੇ ਹਨੂੰਮਾਨ ਦਾ ਮੂੰਹ ਜਾਂ ਸਿਰ 'ਤੇ ਰੱਖ ਲੈਣਗੇ, ਦੇਖਣ ਲੱਗੇਗਾ ਵੀ ਹਨੂੰਮਾਨ ਬਾਜ਼ਾਰ 'ਚ ਫਿਰ ਰਿਹਾ, ਉਹ ਸਵਾਂਗ ਹੈ। ਨਾਨਾ ਹੁੰਦਾ ਕਈ ਪ੍ਰਕਾਰ ਦੇ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ, ਜਿਵੇਂ ਸਵਾਂਗੀ ਕਈ ਰੂਪ ਵਿਖਾਉਂਦਾ ਆਪਣੇ, ਜਿਉਂ ਪ੍ਰਭਾਵੈ ਤਿਵੇਂ ਨਚਾਵੇ, ਜਿਵੇਂ ਪਰਮਾਤਮਾ ਨੂੰ ਪਾਉਂਦਾ ਉਸੇ ਤਰ੍ਹਾਂ ਜੀਵ ਨੂੰ ਨਚਾਉਂਦਾ ਹੈ। ਭਾਵ ਜੀਵ ਉਸੇ ਤਰ੍ਹਾਂ ਹੀ ਕਰਦਾ ਜਿਵੇਂ ਪਰਮਾਤਮਾ ਚਾਹੁੰਦਾ ਹੈ। ਜੋ ਤਿਸ ਭਾਵੈ ਸੋਈ ਹੋਏ, ਜੋ ਪਰਮਾਤਮਾ ਨੂੰ ਪਾਉਂਦਾ ਉਹੀ ਹੁੰਦਾ। ਨਾਨਕ ਦੂਜਾ ਅਵਰ ਨਾ ਕੋਈ, ਹੋਰ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ ਜਿਹੜਾ ਕਿ ਇਸ ਤਰ੍ਹਾਂ ਕਰ ਸਕਦਾ ਹੋਵੇ। ਇਹ ਤਾਂ ਪਰਮਾਤਮਾ ਹੀ ਹੈ, ਜੋ ਚਾਹੁੰਦਾ ਉਹੀ ਕਰਦਾ, ਜੋ ਚਾਹੁੰਦਾ ਉਹੀ ਜੀਵ ਤੋਂ ਕਰਵਾਉਂਦਾ ਹੈ। ਹੋਰ ਪਰਮਾਤਮਾ ਵਰਗੀ ਹੋਰ ਕੋਈ ਹਸਤੀ ਹੈ ਹੀ ਨਹੀਂ। ਇਸ ਲਈ ਪਰਮਾਤਮਾ ਨੇ ਲਿਖਿਆ ਇੱਕ ਓਅੰਕਾਰ, ਦੋ ਨਹੀਂ ਲਿਖਿਆ, ਨਹੀਂ ਤਾਂ ਫਿਰ ਦੋ ਪਰਮਾਤਮਾ ਹੋ ਜਾਣੇ ਸਨ। ਉਹ ਇੱਕੋ ਹੀ ਹੈ, ਹੋਰ ਕੋਈ ਉਹਦੇ ਵਰਗਾ ਹੈ ਹੀ ਨਹੀਂ ਹੈ। ਇਸ ਲਈ ਗੁਰੂ ਨਾਨਕ ਦੇਵ ਦੇ ਅੱਗੇ ਏਕਾ ਲਾਤਾ ਹੈ, ਏਕ ਓਅੰਕਾਰ। ਉਹ ਇੱਕ ਜਿਹੜਾ ਹੈ ਉਸੇ ਤੋਂ ਹੀ ਓਅੰਕਾਰ ਇਹ ਸਾਰਾ ਸਰਗੁਣ ਸਰੂਪ ਹੈ। ਜਿਹੜਾ ਇੱਕ ਹੈ ਉਹ ਨਿਰਗੁਣ ਸਰੂਪ ਹੈ, ਓਅੰਕਾਰ ਉਹਦਾ ਸਰਗੁਣ ਸਰੂਪ ਹੈ। ਸਰਗੁਣ ਸਰੂਪ ਉਹ ਹੁੰਦਾ ਜਿਹੜਾ ਇਹਨਾਂ ਅੱਖਾਂ ਨਾਲ ਦਿਸੇ। ਜੋ ਕੁਛ ਸਾਨੂੰ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ ਇਹ ਪਰਮਾਤਮਾ ਦਾ ਸਰਗੁਣ ਸਰੂਪ ਹੈ। ਜੋ ਇੱਕ ਹੈ ਉਹ ਨਿਰਗੁਣ ਸਰੂਪ ਹੈ, ਉਹ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਸੇ ਅੱਖੜੀਆਂ ਬਿਆਨ ਜਿਨੀ ਡਸੰਦੋ ਮਾਂ ਪਿਰੀ, ਜਿਹੜੀਆਂ ਉਹ ਅੱਖਾਂ ਹੀ ਹੋਰ ਨੇ ਜਿਹੜੀਆਂ ਮੇਰੇ ਪਰਮਾਤਮਾ ਪਿਆਰੇ ਨੂੰ ਵੇਖਦੀਆਂ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਅੱਗੇ ਕਹਿੰਦੇ ਕਬੂ ਸਾਧ ਸੰਗਤ ਇਹ ਪਾਵੇ, ਕਦੇ ਕਦੇ ਇਹਨੂੰ ਸਤ ਸੰਗਤ ਨਸੀਬ ਹੋ ਜਾਂਦੀ ਹੈ। ਫਿਰ ਕੀ ਹੁੰਦਾ, ਉਸ ਸਥਾਨ 'ਤੇ ਬੋਹਰ ਨਾ ਆਵੇ। ਫਿਰ ਐਸਾ ਸਤ ਸੰਗਤ ਜਾਂਦਾ ਕਿ ਉਸ ਥਾਂ 'ਤੇ ਫਿਰ ਵਾਪਸ ਆਉਂਦਾ ਹੀ ਨਹੀਂ, ਉੱਥੇ ਹੀ ਰਹਿ ਜਾਂਦਾ, ਉੱਥੇ ਰਹਿ ਜਾਂਦਾ। ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਨੇ ਸਿਰਫ ਦਰਸ਼ਨ ਕਰਨ ਗਏ ਨੇ, ਅੱਗੇ ਉਹਨਾਂ ਜਾਣਾ ਸੀ।
ਉਹਨਾਂ ਕਿਹਾ ਰਾਜ ਕਰਤਾਰਪੁਰ ਹੈ, ਵੀ ਗੁਰੂ ਨਾਨਕ ਦੇ ਦਰਸ਼ਨ ਕਰ ਚਲੀਏ। ਗੁਰੂ ਨਾਨਕ ਦੇ ਜਦੋਂ ਦਰਸ਼ਨ ਕੀਤੇ, ਉਹਨਾਂ ਦੀ ਸੰਗਤ ਕੀਤੀ ਨਾ, ਮੁੜ ਕੇ ਘਰ ਹੀ ਨਹੀਂ ਗਏ। ਨਾ ਅੱਗੇ ਯਾਤਰਾ 'ਤੇ ਗਏ, ਆਪਣੇ ਸਾਥੀਆਂ ਨੂੰ ਕਹਿੰਦੇ ਮੈਂ ਹੁਣ ਕਿਸੇ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਜਾਣਾ, ਬਸ ਮੈਂ ਜਿਹਦੇ ਦਰਸ਼ਨ ਕਰਨੇ ਸਨ ਉਹ ਮੈਨੂੰ ਮਿਲ ਗਿਆ, ਹੁਣ ਤੁਸੀਂ ਜਾਓ ਬਸ। ਉਹਨਾਂ ਬੜਾ ਜ਼ੋਰ ਲਾਇਆ ਵੀ ਆਪਾਂ ਘਰੋਂ ਨਿਕਲੇ ਹਾਂ ਅਤੇ ਪਹੁੰਚੇ, ਕਹਿੰਦੇ ਨਾ ਬਸ ਮੈਂ ਜਿੱਥੇ ਆਉਣਾ ਸੀ ਮੈਨੂੰ ਪਰਮਾਤਮਾ ਉੱਥੇ ਲੈ ਆਂਦਾ, ਮੈਂ ਹੁਣ ਕਿਤੇ ਨਹੀਂ ਜਾਣਾ, ਤੁਸੀਂ ਜਾਓ। ਉਹ ਫਿਰ 7 ਸਾਲ ਗੁਰੂ ਨਾਨਕ ਦੇਵ ਜੀ ਕੋਲ ਕਰਤਾਰਪੁਰ ਰਹੇ, ਉੱਥੋਂ ਫਿਰ ਗਏ ਨਹੀਂ। ਇਸੇ ਤੀਸਰੇ ਪਾਤਸ਼ਾਹ ਬਾਬਾ ਅਮਰਦਾਸ ਜੀ ਮਹਾਰਾਜ, ਉਹ ਜਦੋਂ ਗੁਰੂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਅਮਰਦਾਸ ਜੀ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਹਿਲੀ ਵਾਰੀ ਉਹਨੇ ਦਰਸ਼ਨ ਕੀਤੇ, ਮੁੜ ਕੇ ਘਰ ਹੀ ਨਹੀਂ ਗਏ। 12 ਸਾਲ ਉੱਥੇ ਰਹੇ, ਮੁੜ ਕੇ ਗਏ ਹੀ ਨਹੀਂ ਘਰ, ਉੱਥੇ ਹੀ ਰਹਿ ਗਏ। ਅਸੀਂ ਕਹਿੰਦੇ ਕਬੂ ਸਾਧ ਸੰਗਤੇ ਪਾਵੇ, ਕਦੇ ਕਦੇ ਇਹਨੂੰ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ, ਉਸ ਸਥਾਨ 'ਤੇ ਬੋਹਰ ਨਾ ਆਵੇ, ਫਿਰ ਉਸ ਥਾਂ ਤੋਂ ਇਹ ਵਾਪਸ ਨਹੀਂ ਆਉਂਦਾ, ਉੱਥੇ ਹੀ ਰਹਿ ਜਾਂਦਾ। ਫਿਰ ਕੀ ਹੁੰਦਾ, ਉੱਥੇ ਰਹਿ ਕੇ ਗੁਰੂ ਦੀ ਸੰਗਤ ਦੇ ਵਿੱਚ ਅੰਤਰ ਹੋਏ ਗਿਆਨ ਪ੍ਰਗਾਸ, ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗਿਆਨ ਨੂੰ ਪ੍ਰਕਾਸ਼ ਕਹਿੰਦੇ ਨੇ, ਅਗਿਆਨਤਾ ਨੂੰ ਹਨੇਰਾ ਕਹਿੰਦੇ ਨੇ। ਗਿਆਨ ਨੂੰ ਧਰਮ 'ਚ ਪ੍ਰਕਾਸ਼ ਕਹਿੰਦੇ ਨੇ, ਅਗਿਆਨਤਾ ਨੂੰ ਹਨੇਰਾ ਕਹਿੰਦੇ ਨੇ। ਹੁਣ ਗੁਰੂ ਦੀ ਸੰਗਤ ਦੇ ਵਿੱਚ ਚਲਿਆ ਗਿਆ ਇਨਸਾਨ, ਉੱਥੇ ਹੀ ਰਹਿ ਗਿਆ ਹੈ, ਫਿਰ ਇਹਦੇ ਅੰਦਰ ਗਿਆਨ ਦਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਉਸ ਸਥਾਨ ਕਾ ਨਹੀਂ ਵਿਨਾਸ਼, ਫਿਰ ਇਹ ਉਹ ਗਿਆਨ ਦੇ ਪ੍ਰਕਾਸ਼ ਨਾਲ ਜੋ ਇਹਦੀ ਅਵਸਥਾ ਬਣ ਜਾਂਦੀ ਹੈ ਨਾ, ਉਸ ਅਵਸਥਾ ਦਾ ਕਦੇ ਫਿਰ ਨਾਸ਼ ਨਹੀਂ ਹੁੰਦਾ। ਉਹ ਅਵਸਥਾ ਬਣੀ ਰਹਿੰਦੀ ਹੈ। ਉਹ ਇਹ ਨਹੀਂ ਕਿ ਅੱਜ ਅਵਸਥਾ ਹੈ ਅਤੇ ਕੱਲ੍ਹ ਨੂੰ ਨਹੀਂ ਹੈ। ਉਹਦਾ ਉਸ ਅਵਸਥਾ ਦਾ ਜਿਹਨੂੰ ਅਸਥਾਨ ਲਿਖਿਆ, ਅਸਥਾਨ ਮੈਨੂੰ ਹੁੰਦਾ ਥਾਂ, ਭਾਵ ਉਹ ਗਿਆਨ ਦਾ ਪ੍ਰਕਾਸ਼ ਹੋਣ ਕਾਰਨ ਜੋ ਇਸ ਇਨਸਾਨ ਦੀ ਅਵਸਥਾ ਬਣ ਗਈ ਨਾ, ਉਹ ਫਿਰ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਅਵਸਥਾ ਹਮੇਸ਼ਾ ਕਾਇਮ ਰਹਿੰਦੀ ਹੈ। ਮਨ ਤਨ ਨਾਮ ਰਤੇ ਇੱਕ ਰੰਗ, ਜਿਹੜੇ ਮਨ ਕਰਕੇ ਤਨ ਕਰਕੇ ਪਰਮਾਤਮਾ ਦੇ ਨਾਮ, ਉਹਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਨੇ। ਰੰਗ ਪ੍ਰੇਮ ਨੂੰ ਕਹਿੰਦੇ, ਰਤੇ ਮੈਨੇ ਰੰਗੇ ਹੋਏ। ਜਿਹੜੇ ਮਨ ਕਰਕੇ ਤਨ ਕਰਕੇ ਪਰਮਾਤਮਾ ਦੇ ਪ੍ਰੇਮ ਅਤੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਗਏ ਨਾ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਉਹ ਤਾਂ ਸਦਾ ਹੀ ਪਰਮਾਤਮਾ ਦੀ ਸੰਗਤ 'ਚ ਵਸਦੇ ਹਨ, ਭਾਵ ਪਰਮਾਤਮਾ ਦੇ ਨਾਲ ਸਦਾ ਹੀ ਵਸਦੇ ਨੇ, ਕਿਉਂਕਿ ਉਹ ਗੁਰੂ ਨਾਲ ਵਸਦੇ ਨੇ, ਇਸ ਲਈ ਪਰਮਾਤਮਾ ਨਾਲ ਵਸਦੇ ਨੇ, ਕਿਉਂਕਿ ਉਹਨਾਂ ਦੇ ਮਨ ਅਤੇ ਤਨ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਇਸ ਲਈ ਸਦਾ ਹੀ ਪਰਮਾਤਮਾ ਦੇ ਨਾਲ ਵਸਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਖਟਾਨਾ ਹੁੰਦਾ ਮਿਲ ਜਾਣਾ। ਜਿਵੇਂ ਪਾਣੀ ਆ ਕੇ ਦੂਜੇ ਪਾਣੀ 'ਚ ਮਿਲ ਜਾਂਦਾ ਹੈ, ਫਿਰ ਉਹਨਾਂ ਨੂੰ ਅੱਡ ਨਹੀਂ ਕੀਤਾ ਜਾ ਸਕਦਾ। ਜਿਵੇਂ ਨਾਲਾ ਹੈ ਅਤੇ ਇੱਕ ਦਰਿਆ ਹੈ, ਦਰਿਆ ਚੱਲ ਰਿਹਾ ਹੈ, ਨਾਲਾ ਚੱਲਦਾ ਚੱਲਦਾ ਦਰਿਆ ਦੇ ਵਿੱਚ ਰਲ ਜਾਂਦਾ ਹੈ, ਤਾਂ ਫਿਰ ਜਿਹੜਾ ਪਾਣੀ ਨਾਲੇ ਦਾ ਪਾਣੀ ਦਰਿਆ 'ਚ ਰਲ ਗਿਆ ਨਾ, ਉਹਨੂੰ ਅੱਡ ਨਹੀਂ ਕੀਤਾ ਜਾ ਸਕਦਾ, ਉਹਦਾ ਹੀ ਰੂਪ ਹੋ ਗਿਆ ਹੈ। ਇਸੇ ਤਰ੍ਹਾਂ ਜਿਵੇਂ ਪਾਣੀ ਵਿੱਚ ਆ ਕੇ ਪਾਣੀ ਮਿਲ ਜਾਂਦਾ ਹੈ, ਖਟਾਨਾ ਮਿਲ ਜਾਂਦਾ ਹੈ, ਰਲ ਜਾਂਦਾ ਹੈ, ਫਿਰ ਉਸ ਪਾਣੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਤਿਉਂ ਇਸ ਤਰ੍ਹਾਂ ਤਿਉਂ ਜੋਤੀ ਸੰਗ ਜੋਤ ਸਮਨ, ਇਸ ਤਰ੍ਹਾਂ ਜਦੋਂ ਜੀਵ ਦੀ ਜੋਤ ਪਰਮਾਤਮਾ ਦੀ ਜੋਤ ਦੇ ਵਿੱਚ ਸਮਾ ਜਾਂਦੀ ਹੈ ਨਾ, ਫਿਰ ਇਹ ਜੋਤ ਅੱਡ ਨਹੀਂ ਹੋ ਸਕਦੀ, ਉਹਦਾ ਹੀ ਰੂਪ ਹੋ ਜਾਂਦੀ ਹੈ। ਕਿਉਂਕਿ ਫਿਰ ਅਸੀਂ ਜੇ ਤਾਂ ਅੱਡ ਹੋ ਜਾਈਏ, ਫਿਰ ਤਾਂ ਦੁਬਾਰਾ ਵੀ ਜਨਮ ਲੈਣਾ ਪੈ ਸਕਦਾ,
ਪਰ ਜਦੋਂ ਸਾਡੀ ਜੋਤ ਪਰਮਾਤਮਾ ਜੋਤ ਦੇ ਵਿੱਚ ਹੀ ਰਲ ਜਾਏਗੀ, ਫਿਰ ਅਸੀਂ ਉਸ ਤੋਂ ਅੱਡ ਨਹੀਂ ਹੋ ਸਕਦੇ। ਜੰਮਣ ਮਰਨ ਦੇ ਚੱਕਰ ਤੋਂ ਫਿਰ ਅਸੀਂ ਰਹਿਤ ਹੋ ਜਾਂਦੇ ਹਾਂ। ਜਦੋਂ ਕਹਿੰਦੇ ਜੋਤ ਨਾਲ ਜੋਤ ਰਲਦੀ ਹੈ ਨਾ, ਮਿਟ ਗਏ ਗਵਨ ਪਾਏ ਵਿਸ਼ਰਾਮ। ਗਵਨ ਦਾ ਆਉਣ ਜਾਣ ਦਾ ਚੱਕਰ, ਜੰਮਣ ਮਰਨ, ਫਿਰ ਜੰਮਣ ਮਰਨ ਖਤਮ ਹੋ ਜਾਂਦੇ ਨੇ ਅਤੇ ਮਨੁੱਖ ਫਿਰ ਵਿਸ਼ਰਾਮ ਕਰਦਾ, ਭਾਵ ਨੂੰ ਟਿਕਾਣਾ ਪ੍ਰਾਪਤ ਹੋ ਜਾਂਦਾ। ਉਹ ਜੀਵ ਆਤਮਾ ਇੱਕ ਥਾਂ 'ਤੇ ਟਿਕ ਜਾਂਦੀ ਹੈ, ਫਿਰ ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦੀ ਹੈ। ਉਹਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਮਿਲ ਜਾਂਦਾ ਹੈ, ਆਵਾਗਮਨ ਉਹਦਾ ਖਤਮ ਹੋ ਜਾਂਦਾ ਹੈ। ਨਾਨਕ ਪ੍ਰਭ ਕੈ ਸਦ ਕੁਰਬਾਨ। ਗੁਰੂ ਮਹਾਰਾਜ ਕਹਿੰਦੇ ਸੀ ਪਰਮਾਤਮਾ ਦਾ ਸਦਾ ਹੀ ਕੁਰਬਾਨ ਜਾਂਦੇ ਹਾਂ, ਅਸੀਂ ਪਰਮਾਤਮਾ ਦਾ ਸਦਾ ਹੀ ਬਲਿਹਾਰ ਜਾਂਦੇ ਹਾਂ। ਇੱਥੇ ਜਿਹੜੀ ਹੈ 11ਵੀਂ ਅਸ਼ਟਪਦੀ ਸਮਾਪਤ ਹੋ ਗਈ। ਹੁਣ 12ਵੀਂ ਅਸ਼ਟਪਦੀ ਦੀ ਕਥਾ ਸ਼ੁਰੂ ਹੋਣੀ ਹੈ। ਹਰ ਇੱਕ ਅਸ਼ਟਪਦੀ ਦੇ ਪ੍ਰਾਰੰਭ 'ਚ ਸ਼ਲੋਕ ਹੁੰਦਾ ਹੈ। ਜਿਹੜਾ ਸ਼ਲੋਕ ਹੁੰਦਾ ਉਹਦੇ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਹੁੰਦਾ ਹੈ। ਜੇ ਤੁਸੀਂ ਜਿਹੜੇ ਪਾਠ ਕਰਦੇ ਜਾਣਦੇ ਹੋ, ਉਹ 'ਚ ਰਹਾਉ ਲਿਖਿਆ ਹੁੰਦਾ ਕਈ ਥਾਵਾਂ 'ਤੇ। ਰਹਾਉ ਸ਼ਬਦ ਤੋਂ ਜਿਹੜੀ ਪਹਿਲੀ ਪੰਗਤੀ ਹੁੰਦੀ ਹੈ, ਉਸ ਦੇ ਵਿੱਚ ਸਾਰੇ ਸ਼ਬਦ ਦਾ ਤੱਤ ਸਾਰ ਦਿੱਤਾ ਹੁੰਦਾ ਹੈ। ਇਸ ਤਰ੍ਹਾਂ ਸਾਰੀ ਅਸ਼ਟਪਦੀ ਦਾ ਜਿਹੜਾ ਤੱਤ ਸਾਰ ਹੈ, ਉਹ ਸ਼ਲੋਕ ਦੇ ਵਿੱਚ ਹੁੰਦਾ ਹੈ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਮਸਕੀਨ ਉਸ ਬੰਦੇ ਨੂੰ ਕਹਿੰਦੇ ਬੜਾ ਨਿਮਾਣਾ ਨਿਤਾਣਾ ਹੋਵੇ, ਜੇ 'ਚ ਹਉਮੈ ਨਾ ਹੋਵੇ। ਨਹੀਂ ਤਾਂ ਬੰਦੇ 'ਚ ਹਉਮੈ ਹੁੰਦੀ ਹੈ, ਥੋੜ੍ਹੀ ਚੀਜ਼ ਨੂੰ ਪ੍ਰਾਪਤ ਹੋ ਜੇ ਹੰਕਾਰ ਕਰਦਾ ਹੈ। ਗਿਆਨਵਾਨ ਹੋ ਜਿਹਨੂੰ ਗਿਆਨ ਦਾ ਹੰਕਾਰ ਹੋ ਜਾਂਦਾ, ਅਮੀਰ ਹੋ ਜੇ ਇਹਨੂੰ ਮਾਇਆ ਦਾ ਹੰਕਾਰ ਹੋ ਜਾਂਦਾ, ਜੇ ਸਰੀਰ ਦਾ ਤਾਕਤਵਰ ਹੈ ਇਹਨੂੰ ਬਾਹੂਬਲ ਦਾ ਹੰਕਾਰ ਹੋ ਜਾਂਦਾ, ਜੇ ਬਹੁਤ ਰਿਸ਼ਤੇਦਾਰ ਆ ਭੈਣ ਭਰਾਵਾਂ ਵਾਲਾ ਹੈ ਉਹਨੂੰ ਉਹਦੇ ਹੀ ਹੰਕਾਰ ਹੋ ਜਾਂਦਾ ਵੀ ਔਖੇ ਵੇਲੇ ਮੇਰੀ ਮਦਦ ਕਰਨ, ਮੇਰੇ ਨਾਲ ਨੇ, ਮੈਨੂੰ ਕੀ ਪਰਵਾਹ ਕਿਸੇ ਦੀ। ਪਰ ਮਸਕੀਨ ਉਹ ਹੁੰਦਾ ਜਿਹਦੇ ਅੰਦਰ ਨਿਮਰਤਾ ਹੁੰਦੀ ਹੈ। ਇਹ ਨਹੀਂ ਕੋਈ ਕਮਜ਼ੋਰ ਹੁੰਦਾ, ਕਮਜ਼ੋਰ ਨਹੀਂ ਹੁੰਦਾ। ਬਾਹੂਬਲ ਹੋਣ ਦੇ ਬਾਵਜੂਦ, ਬੜੀ ਅਮੀਰੀ ਹੋਣ ਦੇ ਬਾਵਜੂਦ, ਬੜੀ ਤਾਕਤ ਹੋਣ ਦੇ ਬਾਵਜੂਦ, ਰਾਜ ਭਾਗ ਕੋਲ ਹੋਣ ਦੇ ਬਾਵਜੂਦ ਵੀ ਕਈ ਲੋਕ ਬੜੇ ਹੀ ਨਿਮਰਤਾ ਵਾਲੇ ਹੁੰਦੇ ਹਨ। ਅਤੇ ਸੁਖੀ ਕੌਣ ਰਹਿੰਦਾ? ਜਿਹੜਾ ਮਸਕੀਨ ਹੈ, ਜਿਹਦੇ ਅੰਦਰ ਨਿਮਰਤਾ ਹੈ। ਸੁਖੀ ਬਸੈ ਮਸਕੀਨੀਆਂ। ਜਿਹੜਾ ਮਸਕੀਨ ਹੁੰਦਾ ਉਹ ਸੁਖੀ ਵਸਦਾ, ਕਿਉਂਕਿ ਉਹ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਸਮਝਦਾ ਹੈ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਆਪ ਹੁੰਦਾ ਆਪਣਾ ਆਪ ਹਉਮੈ, ਨਿਵਾਰ ਹੁੰਦਾ ਦੂਰ ਕਰਕੇ। ਉਹ ਆਪਣੀ ਹਉਮੈ ਨੂੰ ਦੂਰ ਕਰ ਲੈਂਦਾ ਹੈ, ਆਪਣੇ ਅੰਦਰੋਂ ਹਉਮੈ ਨੂੰ ਛੱਡ ਦਿੰਦਾ ਹੈ। ਉਹ ਮਸਕੀਨ ਬਣ ਜਾਂਦਾ ਹੈ, ਇਸ ਲਈ ਉਹ ਸੁਖੀ ਰਹਿੰਦਾ ਹੈ, ਇਸ ਲਈ ਉਹ ਸੁਖੀ ਰਹਿੰਦਾ। ਇਹ ਹੰਕਾਰੀ ਬੰਦੇ ਹੀ ਦੁਖੀ ਹੁੰਦੇ ਹਨ। ਹੰਕਾਰੀ ਬੰਦੇ ਕਿਉਂ ਦੁਖੀ ਹੁੰਦੇ ਨੇ? ਜਿੱਥੇ ਹੰਕਾਰ ਹੋਏਗਾ ਤਾਂ ਦੂਜਿਆਂ ਨਾਲ ਬੇਇਨਸਾਫੀ ਹੋਵੇਗੀ। ਕਈ ਵਾਰੀ ਰਾਜੇ ਨੂੰ, ਅੱਜ ਦੇ ਰਾਜਿਆਂ ਨੂੰ ਹੰਕਾਰ ਹੋ ਜਾਂਦਾ, ਰਾਜ ਭਾਗ ਦਾ। ਉਹ ਦੂਜਿਆਂ ਨੇ ਵੀ ਕੀੜੇ ਮਕੌੜੇ ਸਮਝਦੇ ਨੇ। ਜਿਹੜਾ ਕੋਈ ਉਹਨਾਂ ਦੀ ਥੋੜ੍ਹੀ ਬਹੁਤੀ ਨਿੰਦਿਆ ਕਰ ਦਿੰਦਾ, ਉਹਨਾਂ ਦੇ ਵਿਰੁੱਧ ਬੋਲ ਦਿੰਦਾ ਹੈ, ਉਹ ਇੰਨੇ ਹੰਕਾਰੀ ਹੁੰਦੇ ਨੇ ਕਿ ਉਹਦੇ ਬੋਲਣ ਨੂੰ ਸਹਿਣ ਹੀ ਨਹੀਂ ਕਰ ਸਕਦੇ, ਫੜ ਕੇ ਅੰਦਰ ਕਰ ਦਿੰਦੇ ਨੇ, ਫੜ ਕੇ ਅੰਦਰ ਕਰ ਦਿੰਦੇ ਨੇ। ਇਹ ਤੋਂ ਪਤਾ ਲੱਗਦਾ ਕਿ ਰਾਜਿਆਂ 'ਚ ਕਿੰਨਾ ਹੰਕਾਰ ਹੁੰਦਾ ਹੈ। ਉਹ ਗੱਲ ਕੋਈ ਕਹਿ ਰਿਹਾ, ਉਸ 'ਤੇ ਵਿਚਾਰ ਨਹੀਂ ਕਰਨੀ ਹੈ, ਠੀਕ ਕਹਿ ਰਿਹਾ ਗੱਲ ਨਹੀਂ, ਇਹ ਸਾਡੇ ਬਾਰੇ ਐਂ ਕਿਉਂ ਕਹਿੰਦਾ ਹੈ, ਸਾਡੇ ਕੋਲ ਰਾਜ ਹੈ, ਇਹ ਕੌਣ ਹੈ ਕਹਿਣ ਵਾਲਾ ਸਾਨੂੰ, ਇਹਨੂੰ ਫੜ ਕੇ ਅੰਦਰ ਕਰ ਦਿਓ, ਇਹ ਫੜ ਕੇ ਅੰਦਰ ਕਰ ਦਿਓ। ਹੰਕਾਰ ਹਨ। ਇਹ ਨਹੀਂ ਪਤਾ ਕਿ ਅੱਜ ਤੁਸੀਂ ਉਹਨੂੰ ਅੰਦਰ ਕਰਨ, ਕੱਲ੍ਹ ਨੂੰ ਤੁਹਾਡੀ ਵਾਰੀ ਵੀ ਆ ਜਾਣੀ, ਫਿਰ ਤੁਸੀਂ ਉਹਨੇ ਤੁਹਾਨੂੰ ਅੰਦਰ ਕਰ ਦੇਣਾ, ਤੁਹਾਡੇ ਕੋਲ ਕਿਹੜਾ ਸਦਾ ਰਾਜ ਰਹਿ ਜਾਣਾ। ਰਾਜ ਸਦਾ ਨਹੀਂ ਰਿਹਾ ਕਦੇ, ਤੇ ਸੰਸਾਰ 'ਚ ਪਤਾ ਹੀ ਨਹੀਂ ਕਿੰਨੇ ਰਾਜੇ ਹੁਣ ਤਾਂ ਆ ਕੇ ਚਲੇ ਗਏ।
ਅਤੇ ਕਿੰਨਿਆਂ ਰਾਜਿਆਂ ਨੂੰ, ਹੁਣ ਦੇ ਰਾਜਿਆਂ ਨੂੰ ਕਿੰਨਿਆਂ ਨੂੰ ਜੇਲ੍ਹ 'ਚ ਡੱਕਿਆ ਹੋਇਆ ਹੈ। ਜਦੋਂ ਸਰਕਾਰ ਬਦਲਦੀ ਹੈ ਪਹਿਲਾਂ ਨੂੰ ਕਈਆਂ ਨੂੰ ਜੇਲ੍ਹ 'ਚ ਰੱਖ ਦਿੰਦੀ ਹੈ। ਪਰ ਜਦੋਂ ਬੰਦਾ ਇੱਕ ਵਾਰ ਰਾਜ ਪਾਉਂਦਾ ਉਹਨੂੰ ਹੰਕਾਰ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਮਸਕੀਨ ਹੁੰਦਾ ਨਾ ਉਹਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ, ਆਪਣਾ ਹੰਕਾਰ ਖਤਮ ਕਰ ਲੈਂਦਾ ਹੈ ਅਤੇ ਇਸ ਲਈ ਉਹ ਸੁਖੀ ਵਸਦਾ। ਨਾ ਕਿਸੇ ਨਾਲ ਉਹ ਨਜਾਇਜ਼ ਕਰੇ, ਨਾ ਕਿਸੇ ਨਾਲ ਬੇਇਨਸਾਫੀ ਕਰੇ, ਨਾ ਕਿਸੇ ਨਾਲ ਉਹ ਅਨਿਆਂ ਕਰੇ। ਅਤੇ ਜਿਹੜਾ ਦੂਜਿਆਂ ਨੂੰ ਸੁਖੀ ਰੱਖਦਾ ਹੈ ਉਹ ਆਪ ਵੀ ਸੁਖੀ ਰਹਿੰਦਾ ਹੈ। ਉਹ ਆਪ ਵੀ ਸੁਖੀ ਰਹਿੰਦਾ ਜਿਹੜਾ ਦੂਜਿਆਂ ਨੂੰ ਸੁਖੀ ਰੱਖਦਾ। ਬੜੇ ਬੜੇ ਅਹੰਕਾਰੀਆ, ਅਹੰਕਾਰੀਆਂ ਨਹੀਂ ਪੜ੍ਹਨਾ ਇਸਨੂੰ, ਬੜੇ ਬੜੇ ਅਹੰਕਾਰੀਆ, ਇਹਨੂੰ ਅਹੰਕਾਰੀਆ ਵੀ ਨਹੀਂ ਪੜ੍ਹਨਾ। ਹਾਹੇ ਤੋਂ ਜਿਹੜਾ ਪਹਿਲਾ ਅੱਖਰ ਜੇ ਮੁਕਤਾ ਹੋਵੇ ਨਾ ਉਸ 'ਤੇ ਦੁਲਾਵਾਂ ਲਾ ਕੇ ਬੋਲਿਆ ਜਾਂਦਾ। ਆੜੇ ਨੂੰ ਦੁਲਾਵਾਂ ਹਾਹਾ ਹੋ ਗਿਆ। ਜਿਹੜੀ ਹਾਹੇ ਦੇ ਟਿੱਪੀ ਲੱਗੀ ਹੋਈ ਹੈ ਦੁਲਾਵਾਂ ਦੇ ਨਾਲ ਬਿੰਦੀ ਬਣ ਜਾਂਦੀ ਹੈ। ਹੁਣ ਆੜੇ ਨੂੰ ਦੁਲਾਵਾਂ ਬਿੰਦੀ ਹਾਹਾ ਅਹੰਕਾਰੀਆ, ਅਹੰਕਾਰੀਆ ਜਿਹਨੂੰ ਹੰਕਾਰੀ ਕਹਿੰਦੇ ਨੇ। ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ, ਗਰਭ ਹੁੰਦਾ ਹੰਕਾਰ ਵਿੱਚ। ਵੱਡੇ ਵੱਡੇ ਹੰਕਾਰੀ ਲੋਕ ਹੰਕਾਰ ਵਿੱਚ ਹੀ ਗਲ ਸੜ ਗਏ, ਹੰਕਾਰ ਕਰਦੇ ਗਲ ਸੜ ਗਏ। ਅੱਗੇ ਹੁਣ ਇਸੇ ਦੀ ਵਿਆਖਿਆ ਸਾਰੀ ਅਸ਼ਟਪਦੀ ਦੇ ਵਿੱਚ। ਅਸ਼ਟਪਦੀ ਸੱਸੇ ਦੇ ਪੈਰ ਬਿੰਦੀ ਲਾ ਕੇ ਬੋਲਣਾ ਹੈ। ਹਿੰਦੀ ਦਾ ਸ਼ਬਦ ਹੈ ਅਸ਼ਟ, ਮੈਨੇ 8, ਅਸ਼ਟਪਦੀ ਜਿਹਦੇ 8 ਪਦ ਹੋਣ। ਜਿਸ ਕੈ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਦਾ ਹੰਕਾਰ ਹੋਵੇ ਨਾ, ਰਾਜ ਹੰਕਾਰ ਲੈ ਹੀ ਆਉਂਦਾ ਹੈ। ਇਤਿਹਾਸ ਵਿੱਚ ਬਹੁਤ ਹੀ ਘੱਟ ਰਾਜੇ ਹੋਏ ਨੇ ਜਿਨ੍ਹਾਂ ਨੇ ਰਾਜ ਦਾ ਹੰਕਾਰ ਨਹੀਂ ਕੀਤਾ। ਜਦੋਂ ਰਾਜ ਦਾ ਹੰਕਾਰ ਹੋ ਜਾਏ ਫਿਰ ਜਨਤਾ ਦੁਖੀ ਹੋ ਜਾਂਦੀ ਹੈ। ਉਹਨਾਂ ਰਾਜਿਆਂ ਦੇ ਰਾਜ ਵਿੱਚ ਹੀ ਲੋਕ ਜ਼ਿਆਦਾ ਦੁਖੀ ਹੋਏ ਜਿਨ੍ਹਾਂ ਨੂੰ ਰਾਜ ਦਾ ਹੰਕਾਰ ਸੀ। ਉਹਨਾਂ ਨੇ ਆਪਣੇ ਵਿਰੋਧੀਆਂ ਨੂੰ, ਦੂਜੇ ਧਰਮ ਵਾਲਿਆਂ ਨੂੰ, ਦੂਜੀਆਂ ਜਾਤਾਂ ਵਾਲਿਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਸਾਰੇ ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਸਾਰੇ ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਹਿਟਲਰ ਹੈ ਜਰਮਨੀ ਦਾ। ਹਿਟਲਰ ਜਿਹੜਾ ਸੀ, ਇੱਕ ਹੁੰਦੇ ਯਹੂਦੀ, ਇੱਕ ਹੁੰਦੇ ਈਸਾਈ। ਯਹੂਦੀਆਂ ਨੇ ਈਸਾ ਮਸੀਹ ਨੂੰ ਫਾਂਸੀ ਦਿੱਤੀ ਸੀ। ਉਸ ਵੇਲੇ ਯਹੂਦੀਆਂ ਦਾ ਰਾਜ ਸੀ ਜਦੋਂ ਈਸਾ ਮਸੀਹ ਅੰਗਰੇਜ਼ਾਂ ਦੇ ਗੁਰੂ ਪੈਦਾ ਹੋਏ। ਯਹੂਦੀਆਂ ਨੇ ਈਸਾ ਮਸੀਹ ਨੂੰ ਫਾਂਸੀ ਦਿੱਤੀ। ਹਿਟਲਰ ਜਿਹੜਾ ਜਰਮਨੀ ਦਾ ਰਾਜਾ ਸੀ, ਜਦੋਂ ਉਹਦਾ ਰਾਜ ਆਇਆ ਉਹਨੇ ਕਿਹਾ ਮੈਂ ਸਾਰੇ ਯਹੂਦੀ ਮਾਰ ਦੇਣੇ ਨੇ। ਕੁਝ ਸਾਲ ਉਹਦਾ ਰਾਜ ਰਿਹਾ, ਉਹਨੇ ਜਰਮਨੀ ਦੇ ਵਿੱਚ 30 ਲੱਖ ਯਹੂਦੀ ਮਾਰਤੇ। ਇੱਕ ਅੱਧਾ ਨਹੀਂ, ਥੋੜ੍ਹਾ ਬਹੁਤਾ 30 ਲੱਖ ਮਾਰਤੇ। ਉਹਨੂੰ ਪੁੱਛੇ ਭਲਿਆ ਮਾਨਸ, ਪੌਣੇ 2000 ਸਾਲ ਪਹਿਲਾਂ ਕੁਝ ਲੋਕਾਂ ਨੇ ਜਿਹੜੇ ਉਸ ਵੇਲੇ ਰਾਜ ਕਰਦੇ ਉਹਨੇ ਈਸਾ ਮਸੀਹ ਨੂੰ ਫਾਂਸੀ ਦਿੱਤੀ। ਉਹ ਜਿਹੜੇ ਪੌਣੇ 2000 ਸਾਲ ਤੋਂ ਬਾਅਦ ਜਿਹੜੇ ਲੋਕ ਹੋਏ ਉਹਨਾਂ ਦਾ ਕੀ ਕਸੂਰ ਹੈ? ਸਜ਼ਾ ਉਸ ਨੂੰ ਦੇਣੀ ਚਾਹੀਦੀ ਜਿਹਦਾ ਕਸੂਰ ਹੋਵੇ। ਮੰਨ ਲਓ ਮੇਰੇ ਪੜਦਾਦੇ ਨੇ ਕੋਈ ਗਲਤੀ ਕੀਤੀ ਤਾਂ ਉਹਦੀ ਸਜ਼ਾ ਮੈਨੂੰ ਤਾਂ ਨਹੀਂ ਨਾ ਦੇਣੀ ਚਾਹੀਦੀ ਵੀ ਤੂੰ ਉਹਦਾ ਪੁੱਤਰ ਹੈ। ਚੱਲ ਉਹ ਤਾਂ ਉਹ ਗੱਲ ਹੋਈ। ਇੱਕ ਬਘਿਆੜ ਸੀ, ਇੱਕ ਲੇਲਾ ਸੀ, ਦੋਨੋਂ ਨਦੀ ਤੋਂ ਪਾਣੀ ਪੀ ਰਹੇ ਨੇ। ਜਿੱਧਰੋਂ ਪਾਣੀ ਆ ਰਿਹਾ ਸੀ ਉੱਧਰ ਬਘਿਆੜ ਸੀ, ਜਿੱਧਰ ਨੂੰ ਪਾਣੀ ਜਾ ਰਿਹਾ ਸੀ ਉੱਧਰ ਲੇਲਾ ਸੀ। ਬਘਿਆੜ ਨੇ ਸੋਚਿਆ ਵੀ ਲੇਲੇ ਨੂੰ ਖਾਈਏ। ਹੁਣ ਬਹਾਨਾ ਬਣਾਉਂਦਾ ਕੋਈ, ਕਹਿੰਦਾ ਲੇਲੇ ਤੂੰ ਮੇਰਾ ਪਾਣੀ ਗੰਦਾ ਕਰੇ। ਉਹ ਕਹਿੰਦਾ ਮਹਾਰਾਜ ਜੀ ਪਾਣੀ ਤਾਂ ਤੁਹਾਡੇ ਵੱਲੋਂ ਆ ਰਿਹਾ ਹੈ। ਵਿਚਾਰਾ ਕੱਚਾ ਜਿਹਾ ਹੋ ਗਿਆ ਵੀ ਬਾਕੀ ਪਾਣੀ ਤਾਂ ਮੇਰੇ ਵੱਲੋਂ ਲੈ ਲੈਣ ਜਾ ਰਿਹਾ, ਉਹ ਥੋੜ੍ਹੀ ਗੰਦਾ ਕਰ। ਕਹਿੰਦਾ ਉਹ ਲੇਲੇ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ,
ਉਹ ਕਹਿੰਦੇ ਪਿਛਲੇ ਸਾਲ ਤਾਂ ਮੈਂ ਪੈਦਾ ਹੀ ਨਹੀਂ ਸੀ ਹੋਇਆ, ਮੇਰੀ ਤਾਂ ਉਮਰ ਹੀ ਕੁੱਲ 6 ਮਹੀਨੇ ਹੈ, ਮੈਂ ਪਿਛਲੇ ਸਾਲ ਤੈਨੂੰ ਕਿਵੇਂ ਗਾਲਾਂ ਕੱਢਤੀਆਂ? ਕਹਿੰਦਾ ਅੱਛਾ ਤੂੰ ਨਹੀਂ ਕੱਢੀਆਂ, ਫਿਰ ਤੇਰੇ ਬਾਪ ਨੇ ਕੱਢੀਆਂ ਹੋਣੀਆਂ ਤੇ ਝਪਟਾ ਮਾਰਿਆ ਲੇਲੇ ਨੂੰ ਖਾ ਕੇ। ਇਹ ਹੁੰਦੇ ਬਹਾਨੇਬਾਜ਼ੀ ਵੀ ਤੇਰੇ ਪੜਦਾਦੇ ਨੇ ਐਂ ਕੀਤਾ ਸੀ, ਹੁਣ ਪੜਦਾਦਾ ਤਾਂ ਰਿਹਾ ਨਹੀਂ, ਪੜਪੋਤੇ ਨੂੰ ਫੜ ਲਓ ਜੀ। ਇਹ ਹੈ ਹੰਕਾਰ। ਜਦੋਂ ਹੰਕਾਰਿਆ ਜਾਂਦਾ ਬੰਦਾ ਨਾ, ਉਹ ਫਿਰ ਅੰਨਾ ਹੋ ਜਾਂਦਾ, ਉਹਦੇ ਅੰਦਰੋਂ ਜਿਹੜੀ ਹੈ ਸੋਚ ਸ਼ਕਤੀ ਖਤਮ ਹੋ ਜਾਂਦੀ ਹੈ। ਉਹਨੂੰ ਇਹ ਗਿਆਨ ਨਹੀਂ ਕਿ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਹਾਵਤਾਂ ਨਹੀਂ ਬਣੀਆਂ ਵੀ ਕਦੇ ਦਾਦੇ ਦੀ ਵਾਰੀ ਤੇ ਫਿਰ ਕਦੇ ਪੋਤੇ ਦੀ ਆ ਜਾਏਗੀ। ਪਰ ਇਹ ਗੱਲ ਉਹ ਭੁੱਲ ਜਾਂਦੇ ਨੇ ਕਿ ਸਦਾ ਸਾਡੇ ਹੀ ਰਾਜ ਰਹਿਣਾ ਹੈ। ਇੱਥੇ ਕਈ ਆਏ ਤੇ ਕਈ ਗਏ, ਜਿਸ ਕੈ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਦਾ ਹੰਕਾਰ ਹੋ ਜਾਏ ਨਾ, ਜਦੋਂ ਮਰਦਾ ਫਿਰ ਕੀ ਬਣਦਾ? ਸੋ ਨਰਕ ਪਾਤੀ ਹੋਵਤ ਸਵਨ, ਉਹ ਨਰਕਾਂ ਦਾ ਕੁੱਤਾ ਬਣਦਾ ਹੈ। ਨਰਕ ਪਾਤੀ, ਨਰਕ ਦੇ ਵਿੱਚ ਡਿੱਗਣਾ, ਨਰਕਾਂ ਜਾਣਾ, ਉਹ ਤੇ ਨਰਕਾਂ ਦਾ ਕੁੱਤਾ ਬਣਦਾ। ਕਰ ਲੋ ਹੰਕਾਰ, ਕਰ ਲੋ ਲੋਕਾਂ 'ਤੇ ਜ਼ੁਲਮ, ਫਿਰ ਜਦੋਂ ਕੁੱਤੇ ਬਣਨਗੇ ਨਰਕਾਂ, ਫਿਰ ਸਮਝ ਨਹੀਂ ਆਣੀ ਵੀ ਅਸੀਂ ਨਰਕਾਂ ਦੇ ਕੁੱਤੇ ਕਿਉਂ ਬਣ ਗਏ। ਜੋ ਜਾਣੇ ਮੈਂ ਜੋ ਬਣਵੰਤ, ਜਿਹੜਾ ਸਮਝੇ ਮੈਂ ਬੜਾ ਜਵਾਨ ਹਾਂ, ਕਦੇ ਸ਼ੀਸ਼ੇ ਦੇ ਨੇੜੇ ਹੋ ਕੇ ਵੇਖਦਾ, ਕਦੇ ਥੋੜ੍ਹਾ ਪਿੱਛੇ ਹਟ ਕੇ ਵੇਖਦਾ, ਕਦੇ ਖੱਬੇ ਹੋ ਕੇ ਵੇਖਦਾ, ਕਦੇ ਸੱਜੇ ਹੋ ਕੇ ਵੇਖਦਾ। ਹੰਕਾਰ 'ਚ ਵੀ ਮੈਂ ਬੜਾ ਜਵਾਨ ਹਾਂ, ਮੈਂ ਬੜਾ ਜੋਬਨਵੰਤ ਹਾਂ। ਸੋ ਹੋਵਤ ਬਿਸ਼ਟਾ ਕਾ ਜੰਤ, ਬਿਸ਼ਟਾ ਕਹਿੰਦੇ ਗੰਦਗੀ, ਆ ਜਿਹੜੇ ਆਪਾਂ ਸਵੇਰੇ ਸੁੱਟ ਕੇ ਆਉਣੇ ਆਪਣੇ ਸਰੀਰ 'ਚੋਂ, ਜਿਹੜੇ ਆਪਾਂ ਸਰੀਰ ਦੇ ਵਿੱਚੋਂ ਗੰਦਗੀ ਕੱਢਦੇ ਨੇ ਉਹਨੂੰ ਕਹਿੰਦੇ ਬਿਸ਼ਟਾ। ਉਹ ਤਾਂ ਗੰਦਗੀ ਦਾ ਕੀੜਾ ਬਣਦਾ, ਫਿਰ ਗੰਦਗੀ ਦੇ ਵਿੱਚ ਹੀ ਪੈਦਾ ਹੁੰਦਾ, ਗੰਦਗੀ ਹੀ ਖਾਂਦਾ, ਗੰਦਗੀ ਦੇ ਵਿੱਚ ਹੀ ਮਰ ਜਾਂਦਾ ਹੈ। ਜਿਹੜਾ ਕੌਣ, ਜਿਹੜਾ ਆਪਣੇ ਕਹਿੰਦੇ ਮੈਂ ਬੜਾ ਜੋਬਨਵੰਤ ਹਾਂ, ਮੈਂ ਬੜਾ ਜਵਾਨ ਹਾਂ, ਮੇਰੇ ਵਰਗਾ ਹੋਰ ਕੋਈ ਜਵਾਨ ਹੈ ਹੀ ਨਹੀਂ ਹੈ, ਹੰਕਾਰ ਕਰਦਾ ਨਾ ਜਵਾਨੀ ਦਾ, ਕਹਿੰਦੇ ਫਿਰ ਉਹ ਗੰਦਗੀ ਦਾ ਕੀੜਾ ਬਣਦਾ ਹੈ। ਆਪਸ ਕੋ ਕਰਮਵੰਤ ਕਹਾਵੈ, ਜਿਹੜਾ ਕਹਿੰਦਾ ਮੈਂ ਬੜੇ ਵਧੀਆ ਕਰਮ ਕਰਦਾ ਜੀ, ਕਰਮਵੰਤ, ਜੇ ਕਿ ਮੈਂ ਬੜੇ ਵਧੀਆ ਕਰਮ ਕਰਦਾ। ਕਈ ਵਾਰੀ ਆਪਣੇ ਕਰਮਾਂ ਦਾ ਕੰਮਾਂ ਦਾ ਮਨੁੱਖ ਨੂੰ ਹੰਕਾਰ ਹੋ ਜਾਂਦਾ ਹੈ, ਉਹਨੂੰ ਗਿਆਨ ਨਹੀਂ ਹੁੰਦਾ ਕਿ ਭਲਾ ਮਾਨਸਾ ਜੇ ਤੂੰ ਚੰਗੇ ਕਰਮ ਕਰ ਰਹੇ ਇਹ ਤਾਂ ਪਰਮਾਤਮਾ ਨੇ ਤੈਨੂੰ ਸੋਝੀ ਦਿੱਤੀ। ਹੁਣ ਇੱਕ ਬੰਦਾ ਵੈਸ਼ਨੂੰ ਹੈ, ਉਹਨੂੰ ਆਪਣੇ ਆਪ ਦੇ ਹੰਕਾਰ ਨਹੀਂ ਕਰਨਾ ਚਾਹੀਦਾ। ਪਾਗਲ ਨੇ ਲੋਕ ਜੀ, ਇਹ ਨਸ਼ੇ ਕਰਦੇ ਨੇ ਜੀ, ਇਹਨਾਂ ਨੂੰ ਅਕਲ ਨਹੀਂ ਹੈ ਫਲਾਣਾ। ਉਹਨਾਂ ਨੂੰ ਪਰਮਾਤਮਾ ਨੇ ਅਕਲ ਦਿੱਤੀ ਹੋਈ ਨਹੀਂ, ਤੈਨੂੰ ਅਕਲ ਦਿੱਤੀ ਇਸ ਲਈ ਤੂੰ ਵੈਸ਼ਨੂੰ ਹੋ ਗਿਆ। ਜਿਹੜੇ ਆ ਨਸ਼ੇ ਕਰਦੇ ਨੇ ਉਹਨਾਂ ਨੂੰ ਪਰਮਾਤਮਾ ਨੇ ਅਕਲ ਹੀ ਨਹੀਂ ਦਿੱਤੀ। ਉਹਨਾਂ ਜੇ ਤੁਸੀਂ ਅਕਲ ਦਿਓਗੇ ਨਾ ਤਾਂ ਉਹ ਅਕਲ ਲੈਂਦੇ ਹੀ ਨਹੀਂ ਤੁਹਾਡੇ, ਉਹ ਅਕਲ ਨਹੀਂ ਲੈਂਦੇ। ਇੱਕ ਪਿੰਡ 'ਚ ਮੈਂ ਚਲਿਆ ਗਿਆ, ਪ੍ਰੋਗਰਾਮ ਤੋਂ ਬਾਅਦ, ਕਥਾ ਵਾਰਤਾ ਤੋਂ ਬਾਅਦ ਰੋਟੀ ਪਾਣੀ ਖਾ ਲਿਆ। ਮੈਂ ਜਿਸ ਕਮਰੇ 'ਚ ਬੈਠਾ ਮੈਂ ਦੇਖਿਆ ਵੀ ਵੱਡਾ ਸਾਰਾ ਕਮਰਾ ਹੈ ਅਤੇ ਇਹਦੇ 2 ਹਿੱਸੇ ਕਿਤੇ ਵਿੱਚ ਕੰਧ ਕੀਤੀ ਹੋਈ ਹੈ, ਬਾਕੀ ਸਾਰੇ ਕਮਰੇ ਨੂੰ ਪੇਂਟ ਹੋਇਆ ਹੋਇਆ ਹੈ, ਪਰ ਉਸ ਕੰਧ ਨੂੰ ਅਗਲੇ ਅਤੇ ਪਿਛਲੇ ਪਾਸੇ ਨਾ ਪਲਸਤਰ ਹੋਇਆ ਅਤੇ ਨਾ ਕੋਈ ਪੇਂਟ ਹੋਇਆ। ਮੈਂ ਉਸ ਬੰਦੇ ਨੂੰ ਸੱਦਿਆ ਜਿਹਦਾ ਘਰ ਸੀ, ਮੈਂ ਤੁਸੀਂ ਘਰ ਦੇ ਮੁਖੀ ਹੋ? ਕਹਿੰਦੇ ਹਾਂਜੀ। ਮੈਂ ਕੀ ਕੰਮ ਕਰਦੇ ਹੋ? ਕਹਿੰਦੇ ਮੈਂ ਦਿਹਾੜੀ ਕਰਦਾ ਜੀ। ਮੈਂ ਤੁਸੀਂ ਸ਼ਰਾਬ ਪੀਂਦੇ ਹੋ? ਕਹਿੰਦੇ ਹਾਂਜੀ। ਮੈਂ ਸਾਰੀ ਸੰਗਤ ਸੁਣ ਰਹੀ ਹੈ, ਤੁਸੀਂ ਸ਼ਰਾਬ ਪੀਣੀ ਬੰਦ ਕਰ ਦਿਓ। ਮੈਂ ਸਾਰਿਆਂ ਦੇ ਸਾਹਮਣੇ ਵਾਅਦਾ ਕਰਦਾ ਕਿ ਜਦੋਂ ਮੈਨੂੰ ਪਤਾ ਲੱਗਿਆ ਤੁਸੀਂ ਸ਼ਰਾਬ ਪੀਣੋਂ ਹਟ ਗਏ ਹੋ, ਮੈਂ ਆਪਣੇ ਖਰਚੇ 'ਤੇ ਤੁਹਾਡੀ ਕੰਧ ਨੂੰ ਪਲਸਤਰ ਵੀ ਕਰਾ ਦਿਆਂਗਾ, ਦੋਨੋਂ ਪਾਸੇ ਰੰਗ ਰੋਗਨ ਵੀ ਕਰਾ ਦਿਆਂਗਾ। ਅਤੇ 3 ਮਹੀਨਿਆਂ ਬਾਅਦ ਉਹਦੀ ਘਰ ਵਾਲੇ ਨੇ ਪੁੱਛਿਆ ਤੇਰੇ ਘਰ ਵਾਲੇ ਸ਼ਰਾਬ ਪੀਣੋਂ ਛੱਡਤੀ? ਕਦੇ ਕੋਈ ਨਹੀਂ ਛੱਡੀ ਜੀ। ਸੋ ਭਾਵੇਂ ਅਕਲ ਵੀ ਦਿਓ, ਕਈ ਅਕਲ ਲੈਂਦੇ ਹੀ ਨਹੀਂ। ਅੱਗੋਂ ਕਹਿੰਦੇ ਬਾਬਾ ਜੀ
ਅਸੀਂ ਤੁਹਾਡੇ ਪੈਸਿਆਂ ਦੀ ਪੀਂਦੇ ਹਾਂ। ਭਾਵੇਂ ਸਿੱਧਾ ਤਾਂ ਨਹੀਂ ਕਹਿੰਦੇ, ਪਰ ਪਿੱਛੇ ਕਹਿੰਦੇ ਹੋਣਗੇ ਇਹ ਬਾਬਾ ਜੀ ਕਹਿੰਦੇ ਪੀਆ ਨਾ ਕਰੋ ਹੈ ਵੀ ਬਾਬਾ ਜੀ ਪੀ ਕੇ ਦੇਖੋ ਤੁਹਾਨੂੰ ਪਤਾ ਲੱਗੇ। ਮੈਂ ਘਨੌਰ ਸਰਵਿਸ ਕਰਦਾ ਸੀ, ਸੋਸ਼ਲ ਸਟੱਡੀ ਪੜ੍ਹਾ ਰਹੇ 10ਵੀਂ ਵਾਲਿਆਂ ਨੂੰ। ਸੋਸ਼ਲ ਸਟੱਡੀਜ਼ ਪੜ੍ਹਾਉਂਦਿਆਂ ਹੋਇਆਂ ਗੱਲ ਆ ਗਈ ਵਿੱਚ, ਮੈਂ ਭਾਈ ਸ਼ਰਾਬਾਂ ਨਹੀਂ ਪੀਣੀਆਂ ਚਾਹੀਦੀਆਂ, ਪੈਸੇ ਦਾ, ਸਰੀਰ ਦਾ, ਇੱਜ਼ਤ ਦਾ ਨੁਕਸਾਨ ਕਰਦੇ ਨੇ। ਇੱਕ ਬੱਚਾ ਉੱਠਿਆ ਕਹਿੰਦਾ ਸਰ ਜੀ ਤੁਸੀਂ ਕਦੇ ਪੀਤੀ ਨਹੀਂ ਹੋਣੀ। ਮੈਂ ਨਾ ਬਈ। ਕਹਿੰਦਾ ਸਰ ਜੀ ਪੀ ਕੇ ਦੇਖੋ ਸਵਰਗ ਦੇ ਝੂਟੇ ਆਉਂਦੇ ਨੇ। ਅੱਛਾ, 2 ਸਾਲ ਬੀਤੇ, +2 'ਚ ਹੋ ਗਿਆ ਮੁੰਡਾ। ਉਹ ਸਵੇਰੇ ਸਵੇਰੇ ਪ੍ਰੇਅਰ ਹੋ ਰਹੀ ਹੈ ਅਤੇ ਸੁਨੇਹਾ ਆਇਆ ਮੈਨੂੰ ਆ ਕੇ, ਕਹਿੰਦਾ ਇੱਕ ਲੜਕਾ ਕਹਿੰਦੇ ਸਰ ਜੀ ਉਹ ਜਿਹੜਾ ਤੁਹਾਨੂੰ ਮੁੰਡਾ ਕਹਿੰਦਾ ਸੀ ਨਾ ਪੀ ਕੇ ਦੇਖੋ ਸਵਰਗ ਦੇ ਝੂਟੇ ਆਉਂਦੇ ਨੇ, ਉਹ ਰਾਤੀ ਸ਼ਰਾਬ ਪੀ ਕੇ ਮਰ ਗਿਆ ਹੈ। ਦੱਸੋ, +2 'ਚ 18 ਸਾਲ ਦਾ ਨੌਜਵਾਨ ਮੁੰਡਾ, ਮਾਂ ਪਿਓ ਦੇ ਕੀ ਬੀਤੀ ਹੋਵੇਗੀ ਹੈ। ਜੇ ਕਿਸੇ ਨੂੰ ਸਮਝਾਓ ਅੱਗੋਂ ਕਹਿਣਗੇ ਸਰ ਜੀ ਪੀ ਕੇ ਤਾਂ ਦੇਖੋ ਸਵਰਗ ਦੇ ਝੂਟੇ ਆਉਂਦੇ ਨੇ। ਇਸ ਲਈ ਇਹ ਤਾਂ ਦਾਤਾ ਹੀ ਸੋਝੀ ਬਖਸ਼ੇ। ਦੂਜੇ ਤੋਂ ਮੱਤ ਵੀ ਬੰਦਾ ਉਦੋਂ ਹੀ ਗ੍ਰਹਿਣ ਕਰਦਾ ਜਦੋਂ ਕਿਤੇ ਦਾਤੇ ਦੀ ਕਿਰਪਾ ਹੋ ਜਾਏ। ਉਹਦੀ ਕਿਰਪਾ ਹੋ ਜਾਏ ਨਾ, ਫਿਰ ਸਾਨੂੰ ਕੋਈ ਸਿਆਣਾ ਬੰਦਾ ਕੋਈ ਗੱਲ ਕਹਿੰਦਾ ਸੀ ਉਹਦੀ ਮੰਨ ਲੈਂਦੇ ਹਾਂ। ਇਸ ਲਈ ਕਹਿੰਦੇ ਆਪਸ ਕੋ ਕਰਮਵੰਤ ਕਹਾਵੈ, ਜਿਹੜਾ ਆਪਣੇ ਕਹਿੰਦਾ ਮੈਂ ਬੜੇ ਚੰਗੇ ਕੰਮ ਕਰਦਾ ਹਾਂ, ਜਨਮ ਮਰੈ ਬਹੁ ਜੋਨ ਭਰਮਾਵੈ। ਉਹ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਅਤੇ ਬਹੁਤ ਜੂਨੀਆਂ 'ਚ ਭਟਕਦਾ ਰਹਿੰਦਾ, ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ। ਧਨ ਭੂਮ ਕਾ ਜੋ ਕਰੈ ਗੁਮਾਨ, ਭੂਮ ਭੂਮੀ ਜ਼ਮੀਨ। ਕਈਆਂ ਕੋਲ ਬਹੁਤ ਧਨ ਹੁੰਦਾ, ਬਹੁਤ ਜ਼ਮੀਨ ਜਾਇਦਾਦ ਹੁੰਦੀ ਹੈ। ਜੇ ਕੋਈ ਉਹਦਾ ਗੁਮਾਨ ਦਾ ਹੰਕਾਰ, ਜੇ ਕੋਈ ਧਨ ਦਾ ਅਤੇ ਧਰਤੀ ਦਾ ਹੰਕਾਰ ਕਰੇ ਵੀ ਮੈਂ ਬੜਾ ਅਮੀਰ ਹਾਂ, ਮੈਂ ਬੜਾ ਵੱਡਾ ਜਾਗੀਰਦਾਰ ਹਾਂ, ਸੋ ਮੂਰਖ ਅੰਧਾ ਅਗਿਆਨ। ਉਹ ਤਾਂ ਕਹਿੰਦੇ ਮੂਰਖ ਹੈ, ਅੰਧਾ ਅਗਿਆਨ ਮਹਾਂ ਅਗਿਆਨੀ ਹੈ। ਉਹ ਮੂਰਖ ਹੈ, ਉਹ ਮਹਾਂ ਅਗਿਆਨੀ ਹੈ। ਇਹ ਭਲਿਆ ਮਾਨਸਾ, ਇਹ ਧਨ ਦੌਲਤ ਪਰਮਾਤਮਾ ਦੀ ਕਿਰਪਾ ਨਾਲ ਤੈਨੂੰ ਮਿਲਿਆ। ਇਹ ਜਾਇਦਾਦ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ। ਜੇ ਉਹਦੀ ਕਿਰਪਾ ਜਿਨ੍ਹਾਂ 'ਤੇ ਹੈ, ਉਹ 80 ਕਰੋੜ ਲੋਕ ਘਰ ਬੈਠੇ ਰੋਟੀ ਖਾ ਰਹੇ ਸਨ। ਜਿਹਨਾਂ ਦੇ ਨਹੀਂ ਸੀ ਕਿਰਪਾ 45 ਕਰੋੜ 'ਤੇ ਉਹ ਧੱਕੇ ਖਾ ਰਹੇ ਨੇ। ਪਤਾ ਨਹੀਂ ਕਦੋਂ ਜਾ ਕੇ ਚੱਜ ਦੀ ਕੋਈ ਰੋਟੀ ਉਹਨਾਂ ਨੂੰ ਨਸੀਬ ਹੋਣੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹੰਕਾਰ ਨਹੀਂ ਕਿਸੇ ਚੀਜ਼ ਦਾ ਕਰੀਦਾ, ਸਗੋਂ ਪਰਮਾਤਮਾ ਦਾ ਸ਼ੁਕਰ ਕਰੀਦਾ ਵੀ ਸੱਚੇ ਪਾਤਸ਼ਾਹ ਤੂੰ ਧਨ ਦੌਲਤ ਦਿੱਤੀ ਹੈ। ਦੇਖੋ ਤੂੰ ਧਨ ਦਿੱਤਾ, ਆਪਾਂ ਬੇਫਿਕਰ ਹਾਂ। ਜਿੰਨੇ ਮੇਰੀ ਕਥਾ ਸੁਣ ਰਹੇ ਇਹ ਸਾਰੇ ਅਮੀਰ ਨੇ। ਗਰੀਬਾਂ ਕੋਲ ਤਾਂ ਟਾਈਮ ਹੀ ਨਹੀਂ ਕਥਾ ਸੁਣਨ ਨੂੰ। ਕਿਹਦੇ ਕੋਲ ਇਸ ਵੇਲੇ ਟਾਈਮ? ਉਹਨਾਂ ਨੂੰ ਤਾਂ ਆਪਣੇ ਸਵੇਰ ਦੀ ਚਿੰਤਾ ਲੱਗੀ ਹੁੰਦੀ ਹੈ। ਉਹ ਤਾਂ ਥੱਕ ਟੁੱਟ ਕੇ ਕੰਮ ਤੋਂ ਆਏ ਹੋਣਗੇ, ਕੋਈ ਨਹਾ ਧੋ ਕੇ ਰੋਟੀਆਂ ਪਕਾ ਕੇ ਖਾਣਗੇ, ਸੌਂ ਜਾਣਗੇ, ਸਵੇਰੇ ਫਿਰ ਕੰਮ 'ਤੇ ਚਲੇ ਜਾਣਗੇ। ਇਸ ਲਈ ਮੈਨੂੰ ਇੱਥੇ ਬੈਠਿਆਂ ਵਿਸ਼ਵਾਸ ਹੈ ਕਿ ਜਿਹੜੇ ਮੇਰੀ ਕਥਾ ਸੁਣ ਰਹੇ ਨੇ ਜਾਂ YouTube ਤੋਂ ਸੁਣਨਗੇ ਰਿਕਾਰਡ ਕੀਤੇ ਸਵੇਰੇ, ਉਹ ਸਾਰੇ ਅਮੀਰ ਨੇ। ਉਹਨਾਂ 'ਚ ਕੋਈ ਗਰੀਬ ਨਹੀਂ ਹੈਗਾ। ਦਾਤੇ ਨੇ ਅਮੀਰੀ ਦਿੱਤੀ ਹੈ। ਇਹ ਨਾ ਸਮਝੋ ਕਿ ਮੈਂ ਆਹ ਕੰਮ ਕੀਤਾ ਤਾਂ ਮੈਂ ਅਮੀਰ ਹੋ ਗਿਆ। ਦਾਤੇ ਨੇ ਜਿੱਦੇ ਗਰੀਬ ਕਰਨਾ, ਮਿੰਟ 2 ਨਹੀਂ ਲਾਣੇ। ਐਸੀ ਬਿਮਾਰੀ ਲਾ ਦੇਣੀ ਹੈ ਕਿ ਹਫ਼ਤੇ 'ਚ ਲੱਖਾਂ ਰੁਪਈਏ ਲੱਗ ਜਾਣੇ। ਮੈਂ ਦੇਖਿਆ ਕੁਝ ਸਾਲ ਪਹਿਲਾਂ ਇੱਕ ਬੰਦਾ ਮੇਰੇ ਕੋਲ ਆਇਆ, ਕਹਿੰਦੇ ਬਾਬਾ ਜੀ ਮੇਰੀ ਘਰਵਾਲੀ ਨੂੰ ਸਿਰ 'ਚ ਕੈਂਸਰ ਹੋ ਗਿਆ ਹੈ, ਮੇਰਾ 21 ਲੱਖ ਰੁਪਈਆ ਲੱਗ ਗਿਆ ਹੈ। ਡਾਕਟਰਾਂ ਨੇ ਜਵਾਬ ਦਿੱਤਾ ਹੈ ਕਿ ਇਹ ਨਹੀਂ ਬਚ ਸਕਦੀ, ਇਹ ਰੌਲਾ ਪਾਉਂਦੀ ਹੈ ਹਸਪਤਾਲ 'ਚ, ਇਹਨੂੰ ਆਪਣੇ ਘਰ ਲੈ ਜਾਓ। ਮੈਂ ਕਿਹਾ ਜੀ ਕੋਈ ਨਹੀਂ, ਮੈਂ ਪੈਸੇ ਖਰਚ ਦਾਂਗਾ, ਤੁਸੀਂ ਇਸ ਨੂੰ ਹਸਪਤਾਲ ਹੀ ਰੱਖੋ। ਕਹਿੰਦਾ ਨਾ, ਲੈ ਜਾਓ, ਇਹਨੇ ਬਚਣਾ ਤਾਂ ਹੈ ਨਹੀਂ, ਇੱਥੇ ਚੀਕਾਂ ਮਾਰਦੇ ਰੌਲਾ ਪਾਉਂਦੀ।
ਕਹਿੰਦੇ ਬਾਬਾ ਜੀ ਉਹ ਨਾ ਦਿਨੇ ਸੌਣ ਦਿੰਦੀ ਹੈ ਨਾ ਰਾਤ ਨੂੰ ਸੌਣ ਦਿੰਦੀ, ਕਿਉਂਕਿ ਉਹਨੂੰ ਦਰਦ ਹੁੰਦੀ ਹੈ। ਉਹ ਦਰਦ ਹੁੰਦੀ ਤਾਂ ਉਹਨੇ ਚੀਕਾਂ ਮਾਰਨੀ ਹੀ ਮਾਰਨੀਆਂ ਨੇ। ਕੋਈ ਕਿਰਪਾ ਕਰੋ। ਮੈਂ ਦੇਖੋ ਜੀ, ਜਿਹੜੀ ਉਮਰ ਜਿੰਨੀ ਪਰਮਾਤਮਾ ਨੇ ਲਿਖ ਕੇ ਭੇਜੀ ਹੈ ਉਹਨੂੰ ਕੋਈ ਵਧਾ ਘਟਾ ਨਹੀਂ ਸਕਦਾ। ਕਿਤੇ ਕਹੋ ਮੈਂ ਅਰਦਾਸ ਕਰਾਂ ਤੇ ਜਾਨ ਨਿਕਲ ਜਾਏਗੀ, ਫਿਰ ਤਾਂ ਪਤਾ ਮੈਂ ਆਪਣੇ ਸਾਰੇ ਦੁਸ਼ਮਣਾਂ ਅਰਦਾਸਾਂ ਕਰ ਕਰਕੇ ਮਾਰ ਦਾਂਗਾ। ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਜਿੰਨੀ ਉਮਰ ਲਿਖਾ ਲਈ ਤੇ ਤੁਹਾਡੀ ਮਿਸਿਸ ਉਨੀ ਭੋਗੇਗੀ ਉਹ। ਹਾਂ, ਮੈਂ ਤਾਂ ਗੁਰੂ ਮਹਾਰਾਜ ਪੁੱਛ ਤੁਹਾਨੂੰ ਪਾਠ ਦੇ ਸਕਦਾ ਵੀ ਉਹਦੀ ਜਾਨ ਸੌਖੀ ਨਿਕਲੇ, ਮੈਂ ਤਾਂ ਸਿਰਫ ਇੰਨਾ ਹੀ ਕਰ ਸਕਦਾ। ਹਾਂ ਕਹੇ ਚਲੋ ਪਾਠ ਹੀ ਦੇ ਦਿਓ। ਸੋ ਇਸ ਲਈ 21 ਲੱਖ ਰੁਪਈਆ ਵੀ ਲੱਗ ਗਿਆ ਅਤੇ ਬੰਦਾ ਫਿਰ ਵੀ ਨਹੀਂ ਬਚਿਆ। ਇਸ ਲਈ ਕਦੇ ਹੰਕਾਰ ਨਹੀਂ ਕਦੇ ਮੈਂ ਬੜਾ ਅਮੀਰ ਹਾਂ। ਕਰੋੜਾਂ ਕਰੋੜਾਂ ਰੁਪਈਏ ਵੀ ਲੱਗ ਜਾਂਦੇ ਬਿਮਾਰੀਆਂ 'ਤੇ, ਬੰਦਾ ਫਿਰ ਵੀ ਨਹੀਂ ਬਚਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਹੰਕਾਰ ਕਰਦਾ ਨਾ ਧਨ ਦਾ ਧਰਤੀ ਦਾ, ਉਹ ਤਾਂ ਮਹਾਂ ਮੂਰਖ ਹੈ, ਉਹ ਤਾਂ ਮਹਾਂ ਅਗਿਆਨੀ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਪਰਮਾਤਮਾ ਆਪਣੀ ਕਿਰਪਾ ਕਰਕੇ ਜਿਸ ਦੇ ਹਿਰਦੇ ਗਰੀਬੀ ਵਸਾਉਂਦਾ। ਅਤੇ ਗਰੀਬੀ ਤਾਂ ਮਤਲਬ ਨਹੀਂ ਵੀ ਭੁੱਖਾ ਨੰਗਾ ਕਰਤਾ ਹੈ। ਉਹ ਕਾਹਦੀ ਕਿਰਪਾ ਹੋਈ ਵੀ ਮੈਂ ਅਮੀਰ ਸੀ ਅਤੇ ਗਰੀਬ ਹੋ ਗਿਆ ਹੈ? ਨਹੀਂ, ਇੱਥੇ ਗਰੀਬੀ ਦੇ ਗੁਰਬਾਣੀ ਗਰੀਬੀ ਗਦਾ ਹਮਾਰੀ। ਇੱਥੇ ਗਰੀਬੀ ਦਾ ਭਾਵ ਹੈ ਮਨ ਦੀ ਨਿਮਰਤਾ। ਜਿਸ ਦੇ ਹਿਰਦੇ 'ਚ ਪਰਮਾਤਮਾ ਨਿਮਰਤਾ ਵਰਸਾ ਦੇਣਾ, ਪਾ ਜਿਹਨੂੰ ਨਿਮਰਤਾ ਬਖਸ਼ ਦਿੰਦਾ ਹੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਇਹਾਂ ਮੈਨੇ ਇੱਥੇ, ਆਗੈ ਮੈਨੇ ਅੱਗੇ। ਉਹ ਇੱਥੇ ਵੀ ਮੁਕਤ ਅਤੇ ਅੱਗੇ ਜਾ ਕੇ ਵੀ ਸੁੱਖ ਪਾਉਂਦਾ ਹੈ। ਉਹ ਮਰਨ ਤੋਂ ਬਾਅਦ ਵੀ ਸੁੱਖ ਪਾਉਂਦਾ ਹੈ, ਇੱਥੇ ਜਿਉਂਦਿਆਂ ਹੀ ਮੁਕਤ ਹੋ ਜਾਂਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।